ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਜ਼ਰ ਕਰੋ ਮਹਾਰਾਜ, ਨਜ਼ਰ ਕਰਦੇ ਹੋ ਪਾਤਸ਼ਾਹ ਜੀ। ਜਪਜੀ ਸਾਹਿਬ ਦੀ ਵਿਚਾਰ ਕਰਦੇ ਹੋਏ ਪਿਛਲੀ ਪੌੜੀ ਵਿੱਚ ਅਸੀਂ ਇੱਕ ਥੋੜਾ ਜਿਹਾ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਨੇ ਇੱਕ ਸ਼ਬਦ ਸਾਨੂੰ ਇੰਟਰੋਡਿਊਸ ਕੀਤਾ ਹੈ ਜਿਹਦੇ ਵਾਸਤੇ ਥੋੜੀ ਡੂੰਘੀ ਵਿਚਾਰ ਦੀ ਲੋੜ ਹੈ। ਮਹਾਰਾਜ ਨੇ ਜਦੋਂ ਸਾਨੂੰ ਦੱਸਿਆ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਤਾਂ ਆਪ ਨੂੰ ਮੈਂ ਜੋ ਮੇਰੇ ਭਾਵ ਵਿੱਚ ਅੰਮ੍ਰਿਤ ਵੇਲਾ ਹੈ ਉਹਦੀ ਪਿਛਲੇ ਵਾਰ ਅਸੀਂ ਉਹਦੀ ਗੱਲ ਕਰੀ ਸੀ, ਪਰ ਇਹ ਅੰਮ੍ਰਿਤ ਸ਼ਬਦ ਬਾਰ-ਬਾਰ ਸਾਡੇ ਸਿੱਖੀ ਜੀਵਨ ਵਿੱਚ ਆਉਂਦਾ ਹੈ। ਅੰਮ੍ਰਿਤਸਰ, ਅੰਮ੍ਰਿਤ ਪਾਨ, ਅੰਮ੍ਰਿਤ ਖੰਡੇ ਬੋਟੇ ਦੀ ਪਹੁਲ ਨੂੰ ਵੀ ਅੰਮ੍ਰਿਤ ਕਿਹਾ ਹੈ, ਔਰ ਅੰਮ੍ਰਿਤ ਵੈਸੇ ਵੀ ਅਸੀਂ ਦੇਖਦੇ ਹਾਂ ਕਈ ਜਗ੍ਹਾ ਵਰਤਿਆ ਜਾਂਦਾ ਹੈ। ਇਹ ਅੰਮ੍ਰਿਤ ਤੇ ਮੈਨੂੰ ਲੱਗਦਾ ਥੋੜੀ ਜਿਹੀ ਵਿਚਾਰ ਸਾਂਝੀ ਕਰਨੀ ਬਣਦੀ ਹੈ। ਇਹ ਅੰਮ੍ਰਿਤ ਕੀ ਹੈ, ਅੰਮ੍ਰਿਤ ਕਿੱਥੇ ਮਿਲੇਗਾ, ਕਿਵੇਂ ਮਿਲੇਗਾ, ਮਹਾਰਾਜ ਦੀ ਕਿਰਪਾ ਕਿਵੇਂ ਹੋਏਗੀ। ਤਾਂ ਇਸ ਕਰਕੇ ਅੱਜ ਅਗਲੀ ਪੌੜੀ ਨਾ ਲੈ ਕੇ ਇਹ ਅੰਮ੍ਰਿਤ ਸ਼ਬਦ ਤੇ ਹੀ ਥੋੜੀ ਜਿਹੀ ਆਪ ਨਾਲ ਵਿਚਾਰ ਕਰਨੀ ਹੈ। ਅਸੀਂ ਅਗਰ ਜਿਹੜੀ ਜਮਾਤ ਜਾਣੀਏ, ਸਾਰੀ ਇੱਕ ਜਮਾਤ, ਗੁਰੂ ਸਾਹਿਬ ਕਹਿੰਦੇ ਸਗਲ ਜਮਾਤ, ਇਹ ਇਨਸਾਨ ਦੀ ਜਿਹੜੀ ਜਮਾਤ ਹੈ ਉਹ ਲੱਭ ਕੀ ਰਹੀ ਹੈ, ਕੀ ਲੱਭਣ ਆਈ ਹੈ ਔਰ ਕੀ ਢੂੰਡ ਰਹੀ ਹੈ। ਕਿਉਂਕਿ ਕੁਝ ਤਾਂ ਅਸੀਂ ਢੂੰਡ ਰਹੇ ਹਾਂ। ਅਗਰ ਅਸੀਂ ਇਨਸਾਨੀ ਦੌਰ ਨੂੰ ਦੇਖੀਏ, ਜਦੋਂ ਤੋਂ 4-5 ਹਜ਼ਾਰ ਸਾਲ ਪਹਿਲੇ ਦੀ ਅਗਰ ਹਿਸਟਰੀ ਚੱਕ ਕੇ ਦੇਖੀਏ, ਸਟੱਡੀ ਕਰੀਏ, ਤਾਂ ਇਹ ਜਿਤਨਾ ਪ੍ਰੋਗਰੈਸ ਸਾਨੂੰ ਦਿਖਦਾ ਹੈ ਸਾਇੰਸ ਦਾ ਜਾਂ ਅਧਿਐਨ ਜਾਂ ਹੋਰ ਨੌਲੇਜ ਜਿਤਨੀਆਂ ਇਨਸਾਨ ਨੇ ਗੇਨ ਕੀਤੀਆਂ ਨੇ, ਇਹ ਕਿਸੇ ਭਾਲ ਦਾ ਹੀ ਜਵਾਬ ਹੈ। ਕੋਈ ਲੱਭਣ ਗਿਆ ਹੈ, ਕਿਸੇ ਨੇ એનર્ਜੀ ਲਗਾਈ ਹੈ, ਸਮਾਂ ਲਗਾਇਆ ਹੈ, ਭਾਵੇਂ ਤੁਸੀਂ ਮੈਂ ਨਾ ਹੋਈਏ। ਭਾਵ ਅਰਥ ਕੀ ਹੈ ਕਿ ਅਗਰ ਮੈਂ ਕੁਝ ਲੱਭਾਂਗਾ ਨਹੀਂ ਤਾਂ ਮੈਂ ਬਾਹਰ ਨਹੀਂ ਜਾਵਾਂਗਾ ਦੇਖਣ ਕਿਸੇ ਨੂੰ। ਮੈਂ ਕੁਝ ਲੱਭ ਰਿਹਾ ਹਾਂ ਤਾਂ ਮੈਂ ਢੂੰਡਦਾ ਹਾਂ, ਔਰ ਇਨਸਾਨ ਦੂਰ ਦੂਰ ਤੱਕ ਢੂੰਡਦਾ ਹੈ। ਜਿੱਥੇ ਟਾਪੂਆਂ ਵਿੱਚ ਕੋਈ ਰਹਿੰਦਾ ਨਹੀਂ, ਕਦੇ ਕੋਈ ਗਿਆ ਨਹੀਂ, ਉੱਥੇ ਵੀ ਇਨਸਾਨ ਜੋਖਮ ਵਿੱਚ ਜਾ ਕੇ ਵੀ ਢੂੰਡਦਾ ਹੈ। ਵੱਡੇ ਵੱਡੇ ਪਹਾੜੀਆਂ ਨੇ ਜਿੱਥੇ ਮੌਤ ਬੜੇ ਨੇੜੇ ਹੁੰਦੀ ਹੈ ਔਰ ਕਈ ਲੋਕ ਮਰ ਵੀ ਜਾਂਦੇ ਹੈ। ਮਾਊਂਟ ਐਵਰੈਸਟ ਤੇ 25-30% ਲੋਕ ਮਰ ਜਾਂਦੇ ਹੈ, ਪਰ ਉਹ ਕੀ ਚੀਜ਼ ਖਿੱਚ ਰਹੀ ਹੈ ਸਾਨੂੰ, ਕਿਤਨੇ ਲੋਕ ਜਾਂਦੇ ਨੇ। ਕੁਛ ਤੇ ਨੇਮ ਔਰ ਫੇਮ ਨੂੰ ਜਾਣਦੇ ਨੇ, ਪਰ ਉਹ ਨੇਮ ਔਰ ਫੇਮ ਵੀ ਇੱਕ ਭਾਲ ਦਾ ਹੀ ਰਿਫਲੈਕਸ਼ਨ ਹੈ, ਸ਼ੈਡੋ ਹੈ। ਕੀ ਭਾਲਦਾ ਇਨਸਾਨ? ਤੁਸੀਂ ਔਰ ਮੈਂ ਕੀ ਭਾਲਦੇ ਹਾਂ? ਸਾਡੀ ਚਿੰਤਾਵਾਂ, ਸਾਡੀਆਂ ਵਰੀਜ਼, ਸਾਡੀ ਪਰੇਸ਼ਾਨੀਆਂ ਇਸੇ ਭਾਲ ਦਾ ਕਾਰਨ ਹੈ। ਅਸੀਂ ਕੁਝ ਭਾਲਦੇ ਹਾਂ, ਉਹ ਜਾਂ ਤਾਂ ਨਹੀਂ ਲੱਭਦੀ, ਜਾਂ ਉਹ ਲੱਭ ਗਈ ਹੈ, ਉਹ ਕਿਧਰੇ ਹੱਥੋਂ ਨਾ ਨਿਕਲ ਜਾਏ। ਇਹ ਦੋ ਚੀਜ਼ਾਂ ਤੋਂ ਸਾਨੂੰ ਪਰੇਸ਼ਾਨੀਆਂ ਹਨ, ਔਰ ਉਹਦੇ ਕਾਰਨ ਜੀਵਨ ਦਾ ਜੀਣਾ ਹੈ, ਜੀਵਨ ਦਾ ਰੋਜ਼ਮर्रा ਦੇ ਕਾਰਨ ਨੇ। ਚੇਂਜ ਇਸ ਕਰਕੇ ਵੀ ਸਾਨੂੰ ਔਖਾ ਲੱਗਦਾ ਹੈ ਕਿਉਂਕਿ ਚੇਂਜ ਵਿੱਚ એનર્ਜੀ ਲੱਗਦੀ ਹੈ। ਤਾਂ ਅਸੀਂ ਕੀ ਭਾਲਦੇ ਹਾਂ? ਕੁਝ ਅਧੂਰਾਪਨ ਹੈ ਸਾਡੇ 'ਚ, ਅੰਤਰ ਦੇ ਮਨ ਵਿੱਚ ਕੁਝ ਪਰੇਸ਼ਾਨੀ ਹੈ, ਸ਼ਾਂਤ ਨਹੀਂ ਹੈ। ਅਸੀਂ ਉਹਦੀ ਕੰਪਲੀਟਨੈਸ ਭਾਲਦੇ ਹਾਂ, ਅਸੀਂ ਉਹਦੀ ਸ਼ਾਂਤੀ ਭਾਲਦੇ ਹਾਂ, ਵਿਸ਼ਰਾਮ ਭਾਲਦੇ ਹਾਂ। ਅਸੀਂ ਭਾਲਦੇ ਹਾਂ ਕਿ ਕਿਵੇਂ ਮਨ ਆਨੰਦ ਵਿੱਚ ਰਹੇ।
ਖੁਸ਼ੀ ਵਿੱਚ ਰਹੇ, ਖੇੜੇ ਵਿੱਚ ਰਹੇ। ਜੇ ਸਾਨੂੰ ਖੁਸ਼ੀ ਦੇ ਕਾਰਨ ਦਿਖਦੇ ਨੇ, ਮਨ ਖੇੜੇ 'ਚ ਰਹਿੰਦਾ ਹੈ, ਨਹੀਂ ਤਾਂ ਉਦਾਸ ਹੋ ਜਾਂਦਾ ਹੈ। ਫਿਰ ਅਸੀਂ ਭਾਲਦੇ ਹਾਂ ਕਿ ਕਦੇ ਮਰੀਏ ਨਾ, ਬਿਮਾਰ ਨਾ ਹੋਈਏ, ਰੋਗੀ ਨਾ ਹੋਈਏ, ਦਰਦ ਨਾ ਆਏ ਸਾਡੇ ਜੀਵਨ ਵਿੱਚ, ਕਦੇ ਮੌਤ ਨਾ ਆਏ। ਅਗਰ ਬਰੀਕ ਤਰੀਕੇ ਨਾਲ ਵਿਚਾਰਿਆ ਜਾਏ ਤੇ ਇਹ ਸਾਰੀਆਂ ਗੱਲਾਂ ਹੀ ਸਾਰਾ ਸ੍ਰਿਸ਼ਟੀ, ਜਿਤਨੇ ਵੀ ਲੋਕ ਹਾਂ ਅਸੀਂ ਇਸੇ ਚੀਜ਼ ਨੂੰ ਭਾਲਦੇ ਪਏ ਹਾਂ। ਇੱਕ ਸ਼ਬਦ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ, ਅੰਮ੍ਰਿਤ। ਅੰਮ੍ਰਿਤ ਦੇ ਮਹਾਨ ਕੋਸ਼ ਵਿੱਚ ਮੈਂ ਦੇਖਦਾ ਸੀਗਾ 15 ਅਰਥ ਨੇ। ਜਿਵੇਂ ਵੀਰ ਉਹ ਦਿਨ ਪੁੱਛਦੇ ਸੀਗੇ ਕਿ ਵੀ ਅਸੀਂ ਸ਼ਬਦ ਦੀ ਵਿਚਾਰ, ਤਾਂ ਕਈ ਅਰਥ ਨੇ ਇੱਕ ਸ਼ਬਦ ਦੇ। ਮੌਲਾਨਾ ਜਲਾਲੁद्दीन रूमी 13th सेंचुरी मिस्टिक है, मसनवी लिखी है ने। ਦਰਵੇਸ਼ ਹੈ, ਪਹਿਲਾ ਦਰਵੇਸ਼, ਯਾਨੀ ਦਰਵੇਸ਼ ਡਾਂਸ ਕੀਤਾ। ਟਰਕੀ ਅਗਰ ਤੁਸੀਂ ਜਾਓਗੇ ਤੇ ਤੁਹਾਨੂੰ ਦਰਵੇਸ਼ ਡਾਂਸ ਦਿਖਾਣਗੇ, ਪਰ ਅੱਜ ਤੱਕ ਕਾਪੀ ਹੈ ਸਾਰੀ। ਦਰਵੇਸ਼ ਡਾਂਸ ਤਾਂ ਸਿਰਫ ਮੌਲਾਨਾ ਨੇ ਕੀਤਾ, ਪਹਿਲਾ ਡਾਂਸ ਸੀਗਾ। ਜੋ ਮੈਂ ਉਹਦੇ ਬਾਰੇ ਸ਼ਾਇਦ ਆਪ ਨਾਲ ਗੱਲ ਵੀ ਕੀਤੀ ਹੈ। ਬੜੇ ਪਿਆਰੇ ਪੁਰਸ਼ ਇਹ ਕੁਝ ਲੋਕ, ਬੜੇ ਅੱਛੀ ਅਵਸਥਾ ਦੇ ਲੋਕ, ਪਰਸ਼ੀਅਨ ਫਾਰਸੀ ਵਿੱਚ। ਉਹਦੇ ਵਿੱਚ ਮੌਲਾਨਾ ਰੂਮੀ, ਸ਼ੇਖ ਸਾਦੀ ਸਿਰਾਜ਼ੀ, ਫਿਰਦੌਸੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਿਰਦੌਸ ਦਾ ਇੱਕ ਕਪਲਟ ਸਫਰਨਾਮਾ ਵਿੱਚ ਕੋਟ ਕੀਤਾ ਹੈ ਔਰੰਗਜ਼ੇਬ ਨੂੰ। ਮਹਾਰਾਜ ਉਹਨੂੰ ਕਹਿੰਦੇ ਕਾਲੀ ਜਿਹੜਾ ਹੈ ਇਹ ਸ਼ੈਤਾਨ ਦਾ ਲੱਛਣ ਹੈ। ਸ਼ੈਤਾਨ ਕਾਲੀ 'ਚ ਹੁੰਦਾ ਹੈ, ਜਲਦੀ 'ਚ ਹੁੰਦਾ ਹੈ। ਤਾਂ ਮੌਲਾਨਾ ਰੂਮੀ ਦੀ ਗੱਲ ਕਰਦੇ ਸੀ ਕਿ ਮੌਲਾਨਾ ਉਸ ਵੇਲੇ ਦੇ ਜੋ ਰਾਜ ਤਖਤ ਸੀਗੇ, ਉਹ ਸਪਿਰਿਚੁਅਲਿਟੀ ਨੂੰ ਚੰਗਾ ਨਹੀਂ ਸੀ ਗਿਣਦੇ। ਤਾਂ ਮੌਲਾਨਾ ਨੇ ਆਪਣੀ ਸਾਰੀ ਮਸਨਵੀ ਐਲੀਗਰੀ ਲਿਖੀ ਹੈ। ਐਲੀਗਰੀ ਮਤਲਬ ਤੁਸੀਂ ਉਹਨੂੰ ਪੜ੍ਹੋਗੇ ਤਾਂ ਤੁਹਾਨੂੰ ਸ਼ਾਇਦ ਲੱਗੇਗਾ ਇਹ ਕੁਝ ਹੈ ਹੀ ਨਹੀਂ ਹੈ, ਕੀ ਮਤਲਬ ਕੀ ਹੈ ਇਸ ਗੱਲ ਦਾ। ਪਰ ਜਿਹੜੇ ਉਸ ਨੂੰ ਥੋੜਾ ਜਿਹਾ ਡੂੰਘੇ ਹੋ ਕੇ ਵਿਚਾਰਨਗੇ, ਉਹਦੇ ਵਿੱਚ ਬਹੁਤ ਕੁਝ ਲਿਖ ਦਿੱਤਾ ਹੈ। ਸਾਰੀ ਕਪਲੇਟਸ 4 ਦੀਆਂ 4 ਲਾਈਨਾਂ ਦੀ ਕਪਲੇਟਸ ਵਿੱਚ ਲਿਖਿਆ ਗਿਆ। ਪੂਰੀ ਮਸਨਵੀ ਕਹਿੰਦੇ ਨੇ ਉਸਨੂੰ, ਮਸਨਵੀ। ਅੰਗਰੇਜ਼ੀ ਵਿੱਚ ਤਰਜਮਾ ਵੀ ਹੈ, ਪਰ ਉਹ ਗੱਲ ਨਹੀਂ ਹੈ। ਸ਼ੇਖ ਸਾਦੀ ਦਾ ਇੱਕ ਬਹੁਤ ਫੇਮਸ ਸ਼ਬਦ ਹੈ, ਬਜ਼ੁਰਗੀ ਬਾਕਲਸਤ ਨਾ ਬਾਕਾ ਨਾ ਬਾਸਾਲ, ਤਵਨਗਰੀ ਬਦਿਲਸਤ ਨਾ ਬਾਮਾਲ। ਬਜ਼ੁਰਗੀ ਜਿਹੜਾ ਹੈ ਸਾਲ ਤੋਂ ਨਹੀਂ ਗਿਣਾ ਜਾਂਦਾ। Wisdom cannot be counted by number of years we live, by how much brain we have, how much ਅਕਲ ਕਿਤਨੀ ਹੈ ਸਾਡੀ। And philanthropy cannot be counted by the money we have, but not by the money, but by the heart we have. ਦਿਲ ਕਿੰਨਾ ਹੈ। ਵਾਦਾਵਾਸੀ ਦੇਖਦੇ ਹਾਂ ਬਹੁਤ ਪੈਸੇ ਵਾਲਾ ਹੈ, ਪਰ ਦਿਲ ਬੜਾ ਛੋਟਾ ਹੈ। ਇਹ ਅੱਛੀ ਰੂਹਾਂ ਨੇ। ਤਾਂ ਇਸੇ ਤਰ੍ਹਾਂ ਸ਼ਬਦ ਜਿਹੜਾ ਹੈ ਉਹਦੇ ਅਲੱਗ-ਅਲੱਗ ਪਹਿਲੂ 'ਚ ਅਲੱਗ-ਅਲੱਗ ਮੀਨਿੰਗ ਹੁੰਦੇ ਆ। ਮੇਰੇ ਐਕਸਪੀਰੀਅੰਸ ਵਿੱਚ ਗੁਰਬਾਣੀ ਦੀ ਐਕਸਪੀਰੀਅੰਸ ਵੀ ਕੁਝ ਐਲੀਗੋਰਿਕਲ ਹੀ ਹੈ। ਐਲੀਗਰੀ ਦੀ ਤਰ੍ਹਾਂ ਹੀ ਇਹ ਫਲੋ ਕਰਦੇ ਆ। ਇਹਨਾਂ ਦਾ ਪਲੇਨ ਦਾ ਮੀਨਿੰਗ ਅਲੱਗ-ਅਲੱਗ ਹੋ ਸਕਦਾ ਹੈ। ਵੈਸਾ ਤੇ ਗੁਰੂ ਸਾਹਿਬ ਦੀ ਬਾਣੀ ਹੈ, ਗੁਰੂ ਨੇ ਜਿਹੜੀ ਦਰਜ ਕੀਤੀ ਹੈ, ਅਸੀਂ ਤਾਂ ਉਹਦਾ ਤਰਜਮਾ ਹੀ ਕਰਦੇ ਹਾਂ ਜੋ ਅਸੀਂ ਉਹਦੇ ਐਕਸਪੀਰੀਅੰਸ ਵਿੱਚ ਜਾਣ ਸਕਦੇ ਹਾਂ। ਇਸ ਕਰਕੇ ਹਰ ਇੱਕ ਦਾ ਐਕਸਪੀਰੀਅੰਸ ਅਲੱਗ-ਅਲੱਗ ਹੋਏਗਾ, ਹਰ ਜਣਾ ਅਲੱਗ-ਅਲੱਗ ਉਹਦੇ ਅਰਥ ਕਰੇਗਾ। ਪਰ ਅੱਜ ਕੱਲ੍ਹ ਸੰਕੀਰਨਤਾ ਦੇ ਕਾਰਨ ਸਾਨੂੰ ਇੱਕ ਦੌੜ ਪੈ ਗਈ ਹੈ ਕਿ ਅਰਥ ਵੀ ਇੱਕੋ ਜਿਹੇ ਹੋਣ। ਮੈਨੂੰ ਲੱਗਦਾ ਬੜਾ ਇਹ ਧੋਖਾ ਹੈ ਥੋੜਾ ਜਿਹਾ ਆਪਣੇ ਆਪ ਨਾਲ ਔਰ ਪੰਥ ਨਾਲ ਵੀ, ਕਿਉਂਕਿ ਹਰ ਜਣਾ ਸ਼ਬਦ ਨੂੰ ਆਪਣੇ ਪਹਿਲੂ ਨਾਲ ਦੇਖਦਾ ਹੈ ਔਰ ਉਹਦੇ ਨਾਲ ਸਾਡਾ ਐਕਸਪੀਰੀਅੰਸ ਰਿਚ ਹੁੰਦਾ ਹੈ। ਸ਼ਬਦ ਦਾ ਅਲਟੀਮੇਟ ਐਕਸਪੀਰੀਅੰਸ ਕੀ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਰੂਪੀ ਬਾਣੀ ਹੈ। ਤਾਂ ਨਿਰੰਕਾਰ ਨੂੰ ਪਾਇਆ ਜਾ ਸਕਦਾ ਹੈ ਬਾਣੀ ਦੇ ਜ਼ਰੀਏ।
ਬਾਣੀ ਦਾ ਮੇਰਾ ਐਕਸਪੀਰੀਅੰਸ ਕਿੰਨਾ ਗਹਿਨ ਹੈ, ਕਿਤਨਾ ਕੰਸਿਸਟੈਂਟ ਹੈ, ਕਿਤਨਾ ਪ੍ਰੇਮ ਨਾਲ ਭਰਿਆ ਹੈ। ਇਹਦੇ ਨਾਲ ਮੈਨੂੰ ਬਾਣੀ ਦਾ ਐਕਸਪੀਰੀਅੰਸ ਖੁੱਲੇਗਾ ਔਰ ਮੇਰੇ ਭਾਵ ਵਿੱਚ ਸ਼ਬਦੀ ਅਰਥ ਇੱਕ ਸਟੈਪ ਨੇ, ਅਮਲ ਕਰਨਾ ਸੁਰਤ ਦੇ ਵਿੱਚ ਕੁਝ ਹੋਰ ਹੀ ਗੱਲ ਹੈ। ਅਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰਦਨ ਬੂਦ। ਅਸੀਂ ਜਦੋਂ ਆਪਣੇ ਆਪ ਤੋਂ ਪਾਰ ਹੋ ਕੇ, ਜਦੋਂ ਹਉਮੈ ਸਾਡੀ ਗਿਰ ਜਾਏ, ਕਦੇ ਮੇਰੀ ਤਾਂ ਨਹੀਂ ਗਿਰਦੀ ਪਰ ਆਸ ਹੈ ਕਿਸੇ ਦਿਨ ਗਿਰ ਜਾਏ, ਤਾਂ ਸਾਹਿਬ ਕਹਿੰਦੇ ਨੇ ਜਿਸ ਦਿਨ ਹਉਮੈ ਗਿਰੇਗੀ ਉਸੇ ਦਿਨ ਮਿਲੇਗਾ ਮੇਰਾ ਖਸਮ, ਮੈਨੂੰ ਤਾਂ ਹੀ ਮਿਲੇਗਾ। ਅਸੀਂ ਉਸ ਖਸਮ ਦੀ ਭਾਲ 'ਚ ਹੀ ਨਿਕਲੇ ਹੋਏ ਹਾਂ। ਸਾਨੂੰ ਉਹਦੇ ਅੰਤਰ ਵਿੱਚ ਸਾਨੂੰ ਆਪਣੇ ਗਿਆਨ ਨਹੀਂ ਹੈ, ਪਰ ਅਸੀਂ ਲੱਭਦੇ ਉਹੀ ਹਾਂ। ਅਸੀਂ ਅੰਮ੍ਰਿਤ ਲੱਭ ਰਹੇ ਹਾਂ, ਕਦੇ ਨਾ ਮਰਨ ਵਾਲਾ ਮਿੱਠਾ ਐਕਸਪੀਰੀਅੰਸ, ਸੋਹਣਾ ਐਕਸਪੀਰੀਅੰਸ। ਔਰ ਨਾਮ ਇੱਕ ਹੋਰ ਐਕਸਪੀਰੀਅੰਸ, ਅੰਮ੍ਰਿਤ ਹੀ ਐਕਸਪੀਰੀਅੰਸ ਹੈ ਜਿਹੜਾ ਮੈਨੂੰ ਤ੍ਰਿਪਤ ਕਰੇ। ਕਿਉਂਕਿ ਮੈਨੂੰ ਅੰਮ੍ਰਿਤ ਦੀ ਚਾਬੀ ਨਹੀਂ ਲੱਭਦੀ, ਮੈਨੂੰ ਉੱਠਦੇ ਬੈਠਦੇ ਕੋਈ ਸਮਝਾਉਂਦਾ ਨਹੀਂ ਹੈ, ਨਾ ਹੀ ਇਹਦੀ ਕੋਈ ਮੈਨੂਅਲ ਮੈਨੂੰ ਬਚਪਨ ਤੋਂ ਸਿਖਾਈ ਗਈ। ਨਹੀਂ ਤਾਂ ਹੋਣਾ ਤਾਂ ਇਹ ਚਾਹੀਦਾ ਸੁਸਾਇਟੀ ਵਿੱਚ ਕਿ ਬੱਚੇ ਨੂੰ ਛੋਟੀ ਉਮਰ ਤੋਂ ਬ੍ਰਹਮ ਗਿਆਨ ਦੇ ਵੱਲ ਮੂੰਹ ਕਰਿਆ ਜਾਏ। ਅੱਜ ਸੁਸਾਇਟੀ ਗਿਆਨ ਵੱਲ ਮੂੰਹ ਕਰਦੀ ਹੈ, ਗਿਆਨ ਨੌਲੇਜ ਹੈ, ਪਰ ਬ੍ਰਹਮ ਦੀ ਗੱਲ ਨਹੀਂ ਚੱਲਦੀ, ਬ੍ਰਹਮ ਦੀ ਗੱਲ ਨਹੀਂ ਚੱਲਦੀ। ਤਾਂ ਬੱਚੇ ਨੂੰ ਜੀਵਨ ਦੇ ਕਾਫੀ ਪੱਖ ਵਿੱਚ ਨਿਕਲ ਕੇ ਵੀ ਬ੍ਰਹਮ ਦੀ ਗੱਲ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਸਿਖਾਇਆ ਨਹੀਂ ਗਿਆ ਕਦੇ। ਦੁੱਖ ਸੁੱਖ ਤੋਂ ਤਾਂ ਅਸੀਂ ਸਾਰੇ ਨਿਕਲ ਰਹੇ ਹਾਂ, ਐਕਸਪੀਰੀਅੰਸ ਸਾਡਾ ਵੀ ਬੱਚੇ ਵਰਗਾ ਹੀ ਹੈ, ਸਿਰਫ ਉਹਦੀ ਇੰਟੈਂਸਿਟੀ ਫਰਕ ਹੋ ਗਈ ਹੈ ਔਰ ਉਹਦੇ ਖਿਡੌਣੇ ਬਦਲ ਗਏ ਨੇ। ਬੱਚੇ ਕੋਲ ਛੋਟੇ ਖਿਡੌਣੇ ਹੁੰਦੇ ਆ, ਸਾਡੇ ਖਿਡੌਣੇ ਵੱਡੇ ਹੁੰਦੇ ਆ। ਅਸੀਂ ਇਨਸਾਨਾਂ ਨੂੰ ਵੀ ਖਿਡੌਣਾ ਬਣਾ ਦਿੰਦੇ ਹਾਂ, ਅਸੀਂ ਰਾਮ ਨੂੰ ਵੀ ਖਿਡੌਣਾ ਬਣਾ ਦਿੰਦੇ ਹਾਂ। ਬਾਣੀ ਸਾਨੂੰ ਇਹ ਦੱਸਦੀ ਵੀ ਪਈ ਹੈ। ਲੱਭ ਤਾਂ ਮੈਂ ਰਿਹਾ ਹਾਂ ਅੰਮ੍ਰਿਤ ਐਕਸਪੀਰੀਅੰਸ ਕਿ ਮੈਂ ਨਾ ਮਰਾਂ, ਆਨੰਦ ਵਿੱਚ ਰਵਾਂ, ਕੰਪਲੀਟ ਰਵਾਂ, ਤ੍ਰਿਪਤ ਰਵਾਂ। ਪਰ ਉਹ ਤ੍ਰਿਪਤ ਜਿਹੜੀ ਹੈ, ਤ੍ਰਿਪਤ ਹੋਣ ਦੀ ਜਿਹੜੀ ਵਿਧੀ ਹੈ, ਉਹ ਮੈਂ ਲੱਭ ਰਿਹਾ ਭੁੱਖੇ ਭੁੱਖ ਨਾ ਉਤਰੀ, ਭੁੱਖਿਆਂ ਭੁੱਖ ਨਾ ਉਤਰੀ, ਕਿ ਮੈਂ ਜ਼ਿਆਦਾ ਖਾਵਾਂ, ਜ਼ਿਆਦਾ ਪਾਵਾਂ, ਜ਼ਿਆਦਾ ਭੋਗਾਂ, ਉਸ ਤੋਂ ਮੈਨੂੰ ਮਿਲ ਜਾਏਗਾ। ਮਹਾਰਾਜ ਨੇ ਸਾਨੂੰ ਬਾਣੀ ਵਿੱਚ ਸਮਝਾਇਆ ਕਿ ਭੁੱਖਿਆਂ ਭੁੱਖ ਨਾ ਉਤਰੀ ਪਾਈ, ਪਦਾਰਥ ਨਾਲ ਭੋਗਣ ਨਾਲ ਭੁੱਖ ਨਹੀਂ ਹੋਏਗੀ, ਖਤਮ, ਤ੍ਰਿਪਤ ਨਹੀਂ ਹੋਏਗਾ ਇਨਸਾਨ। ਪਰ ਮੇਰੇ ਜੀਵਨ ਦਾ ਅਗਰ ਮੈਂ ਸ਼ੁਰੂਆਤ ਤੋਂ ਲੈ ਕੇ ਚੱਲਾਂ ਜੀਵਨ ਵਿੱਚ, ਤਾਂ ਮੇਰੇ ਜੀਵਨ ਦੀ ਦੌੜ ਇਸ ਤ੍ਰਿਪਤਾ ਵੱਲ ਹੀ ਹੈ, ਪਰ ਉਹ ਹੈ ਭੁੱਖਿਆਂ ਭੁੱਖ ਦੇ ਰਸਤੇ ਚੋਂ। ਮੈਂ ਕਹਿੰਦਾ ਮੈਨੂੰ ਹੋਰ ਮਿਲੇ ਤਾਂ ਹੁਣ, ਇਹ ਮਿਲ ਜਾਏ ਤਾਂ ਹੁਣ। ਫਿਰ ਜਿੰਨਾ ਵੱਡਾ ਹੁੰਦਾ ਜਾਂਦਾ ਜੀਵਨ, ਜਿੰਨੀ ਉਮਰ ਵੱਧਦੀ ਜਾਂਦੀ, ਜਿੰਨੀ ਪਾਵਰ ਔਰ ਮਨੀ ਮਿਲਦੀ ਜਾਂਦੀ ਹੈ, ਉਤਨੇ ਖਿਡੌਣੇ ਵੱਡੇ ਹੁੰਦੇ ਜਾਂਦੇ ਹੈ। ਪਰ ਦਰਅਸਲ ਲੱਭ ਕੁਝ ਹੋਰ ਰਿਹਾ ਹੈ। ਰਾਬੀਆ ਅਲ ਬਸਰਾ ਵਾਲੀ ਕਹਾਣੀ ਮੈਂ ਆਪ ਨਾਲ ਸ਼ੇਅਰ ਕੀਤੀ ਸੀ। ਇਰਾਕ ਦੀ ਇੱਕ ਸੂਫੀ ਸੰਤ ਹੋਈ, ਉਹ ਆਪਣੇ ਮਿੱਤਰਾਂ ਨੂੰ ਕਹਿੰਦੀ ਹੈ ਮੇਰੀ ਸੂਈ ਲੱਭੋ, ਗਿਰ ਗਈ ਹੈ ਬਾਹਰ, ਇੱਥੇ ਲੱਭ ਰਹੀ ਹੈ, ਮੇਰੇ ਨਾਲ ਲੱਭੋ। ਉਹ ਕਾਫੀ ਦੇਰ ਉਹਨਾਂ ਨਾਲ ਉਲਝਦੀ ਰਹਿੰਦੀ, ਸੂਈ ਲੱਭਦੀ ਨਹੀਂ। ਸ਼ਾਮ ਦਾ ਵੇਲਾ ਹੋ ਰਿਹਾ ਤੇ ਮਿੱਤਰ ਪੁੱਛਦੇ ਹੈ ਕਿ ਕਿੱਥੇ ਗਿਰੀ, ਕਿੱਥੇ, ਦਰਅਸਲ ਕਿੱਥੇ ਗਿਰੀ, ਕਿਉਂਕਿ ਲੱਭ ਤਾਂ ਰਹੀ ਨਹੀਂ ਹੈ। ਤਾਂ ਰਾਬੀਆ ਕਹਿੰਦੀ ਗਿਰੀ ਤਾਂ ਘਰ ਦੇ ਅੰਦਰ ਹੈ। ਫਿਰ ਉਹ ਹੱਸਦੇ ਬੜੀ ਜ਼ੋਰ ਦੀ, ਸਾਰਾ ਦਿਨ ਤੂੰ ਸਾਡਾ ਖਰਾਬ ਕੀਤਾ, ਗਿਰੀ ਘਰ ਦੇ ਅੰਦਰ ਹੈ ਤੇ ਬਾਹਰ ਕਿਉਂ ਲੱਭ ਰਹੇ ਹਾਂ ਅਸੀਂ। ਰਾਬੀਆ ਕਹਿੰਦੀ ਹੈ ਕਿ ਇਹ ਤਾਂ ਠੀਕ ਹੈ, ਤੁਸੀਂ ਮੇਰੇ ਤੇ ਹੱਸ ਰਹੇ ਹੋ, ਪਰ ਜੀਵਨ ਵਿੱਚ ਅਸੀਂ ਸਾਰੇ ਇਹ ਹੀ ਨਹੀਂ ਕਰ ਰਹੇ ਹਾਂ।
ਜੋ ਵਸਤੂ ਅੰਤਰ ਵਿੱਚ ਪਈ ਹੈ ਉਹਨੂੰ ਬਾਹਰ ਲੱਭਦੇ ਹਾਂ। ਤਾਂ ਜਿਸ ਤੋਂ ਮੈਂ ਤ੍ਰਿਪਤ ਹੋਣਾ ਹੈ ਉਹਦੇ ਵਿੱਚ ਮੈਂ ਅਧੂਰਾ ਹੀ ਨਿਕਲਦਾ ਰਹਿੰਦਾ ਵਾਂ, ਕਿਉਂਕਿ ਭੋਗਦਾ ਜਾਂਦਾ ਮੈਂ। ਔਰ ਮੇਰੇ ਇਹ ਮਨ ਦਾ ਭਰੋਸਾ ਹੈ ਕਿ ਭੋਗਣ ਨਾਲ ਮਿਲੇਗਾ, ਨਹੀਂ ਤਾਂ ਇਹ ਜੀਵਨ ਇਸ ਤਰ੍ਹਾਂ ਪ੍ਰੋਗਰੈਸ ਨਹੀਂ ਕਰੇਗਾ ਜਿਵੇਂ ਅਸੀਂ ਜੀਂਦੇ ਹਾਂ। ਪਹਿਲੇ ਪੜ੍ਹਦੇ ਹਾਂ, ਫਿਰ ਕਾਰੋਬਾਰ ਕਰਦੇ ਹਾਂ ਜਾਂ ਨੌਕਰੀ ਲੱਭਦੇ ਹਾਂ, ਔਰ ਹਰ ਸਟੈਪ ਤੇ ਸਾਨੂੰ ਲੱਗਦਾ ਕਿ ਇਸ ਵੇਲੇ ਹੁਣ ਨੌਕਰੀ ਲੱਭ ਜੇ, ਬਸ ਮੈਂ ਪਹੁੰਚ ਗਿਆ, ਬਸ ਮੇਰਾ 8ਵੀਂ ਦਾ ਇਮਤਿਹਾਨ ਹੋ ਜੇ, ਫਿਰ 10ਵੀਂ ਦਾ ਹੋ ਜੇ, ਫਿਰ 12ਵੀਂ ਦਾ ਹੋ ਜੇ, ਫਿਰ ਕਾਲਜ ਹੋ ਜੇ, ਫਿਰ ਨੌਕਰੀ ਲੱਭ ਜੇ, ਫਿਰ ਕੋਈ ਕਾਰੋਬਾਰ ਹੋ ਜੇ, ਫਿਰ ਇਤਨੇ ਕਮਾ ਲਈਏ, ਫਿਰ ਚਲੋ ਵਿਆਹ ਹੋ ਜੇ, ਬਸ ਫਿਰ ਬੱਚੇ ਹੋ ਜਾਣ। ਹਰ ਚੀਜ਼ ਨੂੰ ਅਸੀਂ ਇੱਕ ਟਾਰਗੇਟ ਲੈ ਕੇ ਚੱਲਦੇ ਹਾਂ ਕਿ ਹੁਣ ਇਹਦੇ ਨਾਲ ਮੈਂ ਤ੍ਰਿਪਤ ਹੋ ਜਾਵਾਂਗਾ। ਜਿਵੇਂ ਇੱਕ ਮਿਰਾਜ ਹੁੰਦਾ ਹੈ, ਮਿਰਾਜ ਸਮਝਦੇ ਹੋ ਆਪ, ਕਿ ਰੇਗਿਸਤਾਨ ਵਿੱਚ ਇੱਕ ਭੁਲੇਖਾ ਹੈ, ਮਿਰਾਜ। ਗੁਰੂ ਸਾਹਿਬ ਇਹਨੂੰ ਮਿਰਗ ਤ੍ਰਿਸ਼ਨਾ ਵੀ ਕਹਿੰਦੇ। ਕਸਤੂਰੀ ਦੇ ਨਾਲ, ਕਸਤੂਰੀ ਕੁੰਡਲ ਵਸੇ, ਕਸਤੂਰੀ ਜਿਹੜੀ ਹੈ ਉਹ ਹਿਰਨ ਦੇ ਅੰਦਰ ਪਿੱਠ ਵਿੱਚ, ਉਹਦੇ ਪੁੱਛਰ ਚ ਰਹਿੰਦੀ ਹੈ, ਕਿਧਰੇ ਹੈ ਮੈਨੂੰ ਧਿਆਨ ਨਹੀਂ, ਸ਼ਾਇਦ ਪੁੱਛਰ ਵਿੱਚ ਹੈ, ਪਰ ਉਹ ਲੱਭਦਾ, ਉਹਦੀ ਸੁੰਘ ਬੜੀ ਸਟਰੋਂਗ ਹੁੰਦੀ ਹੈ ਤੇ ਉਹ ਸਾਰੀ ਜਗ੍ਹਾ ਬਾਹਰ ਲੱਭਦਾ ਰਹਿੰਦਾ, ਪਾਗਲ ਹੋ ਜਾਂਦਾ ਉਹਦੇ ਨਾਲ। ਕੁਛ ਹੈ ਪਾਗਲਪਨ ਸਾਡੇ ਸਾਰਿਆਂ ਦੇ ਜੀਵਨ ਚ ਹੈ, ਅਸੀਂ ਬਾਹਰ ਹੀ ਲੱਭਦੇ ਜਾ ਰਹੇ ਹਾਂ। ਇਹ ਇਤਨੀ ਘੜੀਆਂ ਨਿਕਲ ਗਈਆਂ, ਇੰਨੇ ਸਾਲ ਨਿਕਲ ਗਏ, ਇੱਕ ਥਿਰ ਨਹੀਂ ਬੈਠ ਸਕੇ, ਤੁਰਦੇ ਫਿਰਦੇ ਜੀਵਨ ਬਿਤਾ ਦਿੱਤਾ, ਥਿਰ ਬੈਠ ਕੇ ਕਦੇ ਦੇਖਿਆ ਨਹੀਂ ਕਿ ਜੀਵਨ ਹੈ ਕੀ। ਦਰਅਸਲ ਮੈਂ ਲੱਭ ਕੀ ਰਿਹਾ, ਦਰਅਸਲ ਮੇਰੇ ਜੀਵਨ ਦਾ ਤੱਤ ਸਰਚ, ਬੇਸਿਕ ਸਰਚ ਹੈ ਕੀ। ਇਹ ਮੇਰੀ ਗੱਲ ਮੈਂ ਆਪਣੀ ਕਰਦਾ ਹਾਂ ਆਪ ਨਾਲ। ਹੋ ਸਕਦਾ ਹੈ ਆਪ ਨੇ ਇਹ ਫਰਕ ਜੀਵਨ ਬਿਤਾਇਆ ਹੋਵੇ, ਪਰ ਜਿਸਨੇ ਥਿਰ ਕਰ ਲਿਆ ਆਪਣੇ ਮਨ ਨੂੰ, ਤਾਂ ਉਹਦੇ ਕਾਜ ਸਵਰ ਗਏ ਹਨ, ਉਹ ਆਜ਼ਾਦ ਹੋ ਗਿਆ, ਉਹਨੂੰ ਅੰਮ੍ਰਿਤ ਚੱਖ ਗਿਆ। ਅੱਜ ਇਸ ਅੰਮ੍ਰਿਤ ਦੀ ਗੱਲ ਆਪ ਨਾਲ ਸ਼ੇਅਰ ਕਰਨੀ ਹੈ ਤਾਂ ਇਹ ਕੁਝ ਪੈਰਲਲ ਆਨੰਦ ਵਰਗੀ ਗੱਲ ਹੈ, ਬਟ ਇਹ ਕੁਝ ਜ਼ਿਆਦਾ ਡਿਫਾਈਨ ਕੀਤੀ ਹੈ ਮਹਾਰਾਜ ਨੇ ਕਿ ਅੰਮ੍ਰਿਤ ਐਗਜ਼ੈਕਟਲੀ ਕੀ ਹੈ। ਕਿਉਂਕਿ ਮੈਂ ਮਰ ਜਾਵਾਂਗਾ, ਇਹ ਸਾਡਾ ਸਭ ਤੋਂ ਵੱਡਾ ਫੀਅਰ ਹੈ, ਔਰ ਜੀਵਨ ਦਾ ਹਰ ਡਰ ਉਸੇ ਫੀਅਰ ਦਾ ਰਿਫਲੈਕਸ਼ਨ ਹੈ, ਕਿਉਂਕਿ ਹਰ ਲੌਸ ਜਾਂ ਹਰ ਸੈਪਰੇਸ਼ਨ, ਵਿਛੋੜਾ, ਉਸ ਮੌਤ ਦਾ ਹੀ ਸੰਕੇਤ ਹੈ। ਮੈਨੂੰ ਮਿਲਦਾ ਰਹੇਗਾ ਤਾਂ ਮੈਨੂੰ ਲੱਗਦਾ ਮੈਂ ਸਦਾ ਲਈ ਜੀਵਾਂਗਾ, ਜਦੋਂ ਮੇਰੇ ਤੋਂ ਕੋਈ ਲੈ ਲੈਂਦਾ ਹੈ ਤਾਂ ਮੌਤ ਸਾਹਮਣੇ ਦਿਖ ਜਾਂਦੀ ਹੈ। ਕਈ ਵਾਰ ਮੈਨੂੰ ਇਸ ਤਰ੍ਹਾਂ ਵੀ ਲੱਗਦਾ ਕਿ ਜੀਵਨ ਵਿੱਚ ਜਿਨ੍ਹਾਂ ਤੋਂ ਰੱਬ ਨੇ ਝਟਕੇ ਮਾਰ ਕੇ ਲੈ ਲਿਆ, ਉਹਨਾਂ ਨੂੰ ਸ਼ਾਇਦ ਜ਼ਿਆਦਾ ਜੀਵਨ ਬਾਰੇ ਗਿਆਨ ਹੈ, ਕਿਉਂਕਿ ਜਿਸ ਕੋਲ ਹੁੰਦਾ ਹੈ, ਜਦੋਂ ਉਸ ਤੋਂ ਲੈ ਲਿਆ ਜਾਂਦਾ ਹੈ ਤਾਂ ਉਹ ਭਾਵ ਕੁਝ ਹੋਰ ਹੈ, ਉਹਨੂੰ ਇੱਕ ਡੈਥ ਦਾ ਪਾਰਸ਼ਲ ਐਕਸਪੀਰੀਅੰਸ ਹੋ ਜਾਂਦਾ ਹੈ, ਕਿਉਂਕਿ ਦੁਨੀਆ ਅਲੱਗ ਤਰੀਕੇ ਨਾਲ ਦੇਖਣ ਲੱਗ ਪੈਂਦੀ ਹੈ। ਮਾਨ ਔਰ ਅਪਮਾਨ, ਮਾਨ ਜਿਹੜਾ ਅਪਮਾਨ ਵਿੱਚ ਬਦਲ ਜਾਂਦਾ ਹੈ, ਲੋਕ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹੈ, ਸੈਲਫ ਐਸਟੀਮ ਸਫਰ ਕਰਦੀ ਹੈ ਕਿ ਮੈਂ ਵਰਥਲੈਸ ਹਾਂ, ਕਿਉਂਕਿ ਲੋਕ ਸਾਨੂੰ ਕੀ ਹੈ ਕਿ ਅਸੀਂ, ਜਿਵੇਂ ਕਿਸੇ ਨੇ ਕਿਹਾ ਕਿ ਸਾਰੇ ਜਿਤਨੇ ਮਹਿਲ ਨੇ ਦੁਨੀਆ ਦੇ, ਇਹ ਕਬਰਾਂ ਤੇ ਬਣੇ ਹਨ। ਇੱਕ ਭਾਵ ਕੀ ਹੈ ਕਿ ਅਸੀਂ ਦੂਸਰੇ ਨੂੰ ਥੱਲੇ ਦਿਖਾ ਕੇ ਆਪਣੇ ਨੂੰ ਉੱਚਾ ਕਰ ਲੈਂਦੇ ਹਾਂ, ਸਾਨੂੰ ਬਹੁਤੀ ਮਿਹਨਤ ਨਹੀਂ ਲੱਗਦੀ, ਕਿਉਂਕਿ ਮੈਂ ਕੁਝ ਕਰਨਾ ਨਹੀਂ ਹੈ, ਦੂਸਰੇ ਨੂੰ ਨੀਵਾਂ ਦਿਖਾਣਾ ਹੈ ਤੇ ਮੈਂ ਉੱਚਾ ਹੋ ਜਾਵਾਂਗਾ। ਉਹਦੇ ਵਾਸਤੇ ਮੈਂ ਹੁਣ ਜਦੋਂ ਰਾਤ ਜਾਵਾਂਗਾ ਘਰ ਤੇ ਮੈਂ ਕੁਝ ਸੋਚਾਂਗਾ ਕਿ ਹੁਣ ਮੈਂ ਕੁਝ ਚੀਜ਼ ਹਾਂ, ਦੂਜੇ ਨੂੰ ਹੀ ਥੱਲਾ ਦਿਖਾਉਣ ਨਾਲ ਬਸ। ਇਸ ਕਰਕੇ ਫਰੰਟ ਪੇਜ ਨਿਊਜ਼ ਜਿਹੜੀ ਹੁੰਦੀ ਹੈ ਉਹ ਦੂਸਰਿਆਂ ਦੇ ਅਪਮਾਨ ਦੀਆਂ ਗੱਲਾਂ ਹੀ ਖਬਰਾਂ ਜਾਂਦੀਆਂ ਨੇ, ਕਿਉਂਕਿ ਅਸੀਂ ਇਹ ਸੈਟਿਸਫੈਕਸ਼ਨ ਵੀ ਲੱਭਦੇ ਹਾਂ
ਦੂਸਰਿਆਂ ਦੀ ਸਕਸੈਸ ਸਟੋਰੀਜ਼ ਨਹੀਂ ਸ਼ੇਅਰ ਕਰਦੇ, ਉਹਨਾਂ ਦੇ ਫੇਲੀਅਰ ਜ਼ਿਆਦਾ ਸ਼ੇਅਰ ਕਰਦੇ ਹਾਂ, ਕਿਉਂਕਿ ਸਾਨੂੰ ਉਹਨਾਂ ਦੇ ਫੇਲੀਅਰ ਵਿੱਚ ਆਪਣਾ ਪ੍ਰੋਫਿਟ ਦਿਖ ਰਿਹਾ ਹੈ ਕਿ ਦੇਖੋ ਉਹਨੂੰ ਨੁਕਸਾਨ ਹੋਇਆ, ਮੇਰਾ ਫਾਇਦਾ ਹੋ ਗਿਆ, ਮਤਲਬ ਮੇਰਾ ਨਹੀਂ ਹੋਇਆ ਨੁਕਸਾਨ ਤੇ ਮੈਨੂੰ ਫਾਇਦਾ ਹੋ ਗਿਆ। ਤਾਂ ਨੀਟਸੇ ਕਹਿੰਦਾ ਹੈ ਦੀ ਅਦਰ ਇਜ਼ ਹੈਲ, ਇਹ ਜਿਹੜਾ ਜੀਵਨ ਹੈ ਇਹ ਦੂਸਰੇ ਦੇ ਭਰੋਸੇ ਜੀ ਰਹੇ ਹਾਂ, ਅਸੀਂ ਇਹ ਨਰਕ ਦੀ ਬੀਜ ਬੋ ਰਹੇ ਹਾਂ, ਲੱਭ ਅਸੀਂ ਅੰਮ੍ਰਿਤ ਰਹੇ ਹਾਂ ਤੇ ਜੀ ਅਸੀਂ ਇਸ ਤਰ੍ਹਾਂ ਰਹੇ ਹਾਂ ਜਿਵੇਂ ਅੰਮ੍ਰਿਤ ਹੈ ਹੀ ਨਹੀਂ। ਕਿਉਂਕਿ ਅਗਰ ਅਸਲ ਵਿੱਚ ਸਾਨੂੰ ਇਹ ਭਰੋਸਾ ਹੋ ਜਾਏ ਕਿ ਅੰਮ੍ਰਿਤ ਹੈ, ਬਿਨਾਂ ਮੌਤ ਦਾ ਜੀਵਨ ਹੈ, ਸੁੰਦਰ ਜੀਵਨ ਹੈ ਔਰ ਸਵਾਦਿਸ਼ਟ ਕੋਈ ਪਦਾਰਥ ਹੈ ਇਹੋ ਜਿਹਾ, ਤਾਂ ਫਿਰ ਮੈਂ ਉਸੇ ਤੇ ਰਿਸਰਚ ਕਰਾਂਗਾ ਨਾ। ਤਾਂ ਇਹਦਾ ਮਤਲਬ ਲੱਗਦਾ ਕਿ ਅਸੀਂ ਕਿਧਰੇ ਨਿਰਾਸ਼ ਹੋ ਗਏ ਹਾਂ ਕਿ ਜੀਵਨ ਵਿੱਚ ਦਰਅਸਲ ਕੁਝ ਤੱਤ ਨਹੀਂ ਹੈ। ਇਹੀ ਚੀਜ਼ਾਂ ਡਰਨਾ ਔਰ ਡਰਾਣਾ, ਬੈਰ ਕਰਨਾ, ਇਹਨਾਂ 'ਚ ਹੀ ਅਸੀਂ ਰਸ ਲੱਭਦੇ ਹਾਂ, ਦੂਸਰੇ ਦੇ ਨੁਕਸਾਨ ਨੂੰ ਆਪਣਾ ਫਾਇਦਾ ਗਿਣ ਲੈਂਦੇ ਹਾਂ। ਇਹਦਾ ਮਤਲਬ ਸਾਨੂੰ ਅਸਲ ਨੁਕਸਾਨ ਜੀਵਨ ਦਾ, ਅਸਲ ਲਾਭ ਜੀਵਨ ਦਾ ਸਾਨੂੰ ਨਹੀਂ ਪਤਾ ਹੈ, ਜਾਂ ਸਾਡਾ ਮਨ ਵੀ ਨਿਰਾਸ਼ ਹੋ ਗਿਆ ਕਿ ਅਸਲ ਵਿੱਚ ਤਾਂ ਇਹ ਲੱਭਣਾ ਵੀ ਨਹੀਂ ਹੈ, ਹੀ ਕੁਛ ਨਹੀਂ, ਇਹੀ ਕੁਛ ਹੈ ਬਸ। ਕਿਧਰੇ ਸਾਨੂੰ ਇਹ ਭਰੋਸਾ ਹੋ ਗਿਆ ਕਿ ਅੰਮ੍ਰਿਤ ਕਿਧਰੇ ਹੈ ਹੀ ਨਹੀਂ, ਆਨੰਦ ਵਰਗੀ ਅਵਸਥਾ ਨਹੀਂ ਹੈ ਕਿਧਰੇ। ਇਸੇ ਲਈ ਗੁਰੂ ਨਾਨਕ ਸਾਹਿਬ ਆਏ ਹਨ, ਇਸੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਏ ਹਨ, ਇਸੇ ਲਈ 10 ਗੁਰੂ ਸਾਹਿਬਾਨ ਆਏ ਹਨ, ਇਸੇ ਲਈ ਅਨੇਕਾਂ ਸਿੱਖਾਂ ਨੇ ਗੁਰੂਆਂ ਨਾਲ ਸਾਂਝ ਕਮਾ ਕੇ ਸਰੀਰ ਵੀ ਖੁਸ਼ੀ ਨਾਲ ਤਿਆਗ ਦਿੱਤਾ ਹੈ, ਸਾਨੂੰ ਦੱਸਣ ਲਈ ਕਿ ਸਭ ਕੁਝ ਹੈ, ਜੀਵਨ ਨੂੰ ਹੋਰ ਤਰ੍ਹਾਂ ਦੇਖੋ। ਹੁੰਦਾ ਕੀ ਹੈ ਕਿ ਅਸੀਂ ਉਹ ਜੀਵਨ ਦੀਆਂ ਗੱਲਾਂ ਨੂੰ ਸੁਣ ਕੇ ਅਣਸੁਣੀ ਜੀ ਕਰ ਦਿੰਦੇ ਹਾਂ। ਮੇਰਾ ਭਾਵ ਅਰਥ ਕੀ ਹੈ ਕਿ ਜਿਹੜੇ ਹਾਦਸੇ ਹੋਏ ਹਨ ਉਹ ਅਸੀਂ ਇੰਨੀ ਵਾਰ ਸੁਣ ਲਏ ਔਰ ਇੰਨੀ ਵਾਰ ਸੁਣਾ ਦਿੱਤੇ, ਪਰ ਸਾਡੇ ਮਨ ਦੀ ਅਵਸਥਾ ਉਹਦੇ ਨਾਲ ਬਦਲੀ ਨਹੀਂ ਹੋ ਰਹੀ ਹੈ। ਇਹਦਾ ਮਤਲਬ ਉਹ ਗੱਲ ਸਾਡੇ ਜ਼ਿਹਨ ਵਿੱਚ ਜਾ ਹੀ ਨਹੀਂ ਰਹੀ ਹੈ। ਅਸੀਂ ਸੁਣ ਤਾਂ ਰਹੇ ਹਾਂ, ਸੁਣਾ ਵੀ ਰਹੇ ਹਾਂ, ਪਰ ਮਨ ਵਿੱਚ ਉਹਦਾ ਕੁਛ ਨਹੀਂ ਅਸਰ ਪੈ ਰਿਹਾ। ਨਹੀਂ ਤਾਂ ਮਨ ਬਦਲ ਜਾਏ। ਅਗਰ ਸਾਹਿਬਜ਼ਾਦਿਆਂ ਦੀ ਕਥਾ ਨੂੰ ਅਸੀਂ ਸੱਚ ਸਮਝੀਏ ਤਾਂ ਮੇਰਾ ਮਨ ਕਿਵੇਂ ਨਹੀਂ ਬਦਲੇਗਾ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ, ਉਹਨਾਂ ਦੇ ਜੀਵਨ ਨੂੰ ਅਸੀਂ ਸੱਚ ਸਮਝ ਕੇ ਚੱਲੀਏ ਤਾਂ ਮੇਰਾ ਜੀਵਨ ਕਿਵੇਂ ਨਹੀਂ ਬਦਲੇਗਾ। ਮੈਂ ਕਹਾਣੀਆਂ ਸਮਝ ਕੇ ਪੜ੍ਹ ਲਈਆਂ, ਜਾਂ ਫਿਰ ਲੋਕ ਅੱਜ ਕੱਲ੍ਹ ਅਧਿਆਤਮ ਦੀ ਇਹੋ ਜਿਹੀ ਇਨਸੀਡੈਂਸਿਸ ਨੂੰ ਹੀ ਫਿਜ਼ੀਕਲ ਲੈਵਲ ਵਿੱਚ ਡਿਫਾਈਨ ਕਰਨਾ ਸ਼ੁਰੂ ਹੋ ਗਏ ਹਨ। ਇਹ ਤਾਂ ਦੇਸ਼ ਲਈ ਕੀਤਾ ਹੈ, ਥੋੜਾ ਜਿਹਾ ਧੋਖਾ ਹੈ, ਆਪਣੇ ਆਪ ਨਾਲ ਜ਼ਿਆਦਾ ਬਾਕੀਆਂ ਨਾਲ ਵੀ ਹੈ। ਮੇਰੇ ਕਹਿਣ ਦਾ ਭਾਵ ਅਰਥ ਕੀ ਹੈ ਕਿ ਅਗਰ ਮਨ ਥਿਰ ਹੋ ਕੇ ਅਸੀਂ ਨਹੀਂ ਇਹਨਾਂ ਚੀਜ਼ਾਂ ਨੂੰ ਫੇਸ ਕਰਾਂਗੇ ਜਾਂ ਜੀਵਾਂਗੇ ਤਾਂ ਸਾਡਾ ਜੀਵਨ ਇਸ ਤਰ੍ਹਾਂ ਹੋਏਗਾ ਜਿਵੇਂ ਵਾਟਰ ਓਵਰ ਡਕਸ ਬੈਕ। ਸੁਣਤਾ ਅਸੀਂ ਸਭ ਕੁਝ ਲਿਆ ਹੈ, ਬਦਲਿਆ ਸਾਡੇ ਮਨ ਵਿੱਚ ਕੁਝ ਨਹੀਂ। ਨਹੀਂ ਤਾਂ ਮੈਨੂੰ ਮਨ ਵਿੱਚ ਜਦੋਂ ਮੈਨੂੰ ਇਹੋ ਜਿਹੇ ਐਕਸਪੀਰੀਅੰਸਿਸ ਆਉਣ ਤਾਂ ਮੇਰਾ ਮਨ ਫਰਕ ਤਰੀਕੇ ਨਾਲ ਸੋਚੇਗਾ, ਕੁਝ ਜੀਵਨ ਦੀ ਡੁੰਘਾਈ ਨੂੰ ਜਾਣਨ ਦੀ ਕੋਸ਼ਿਸ਼ ਕਰੇਗਾ, ਕੁਝ ਅੰਮ੍ਰਿਤ ਦੀ ਹੋਂਦ ਨੂੰ ਸੱਚ ਮੰਨ ਲਏਗਾ ਕਿ ਅੰਮ੍ਰਿਤ ਹੈ। ਜਿਸ ਦਿਨ ਮੈਂ ਮੰਨ ਲਿਆ ਕਿ ਹਾਂ ਅੰਮ੍ਰਿਤ ਹੈ, ਤਾਂ ਉਸ ਦਿਨ ਮੇਰੀ ਭਾਲ ਸ਼ੁਰੂ ਹੋ ਗਈ। ਉਸ ਦਿਨ ਮੈਂ ਹੋਪਫੁਲ ਹੋ ਗਿਆ, ਹੋਪਲੈਸ ਨਹੀਂ ਰਿਹਾ। ਉਸ ਦਿਨ ਫਿਰ ਵੈਰ, ਵਿਰੋਧ, ਦੁਵੇਸ਼, ਡਰ, ਇਹ ਚੀਜ਼ਾਂ ਤਿਆਗ ਦਿਆਂਗਾ ਮੈਂ, ਕਿਉਂਕਿ ਮਨ ਦਾ ਮੁੱਖ ਬਦਲ ਗਿਆ। ਹੁਣ ਮੈਂ ਗੁਰੂ ਵੱਲ ਜਾਣਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਨੂੰ ਹੁਣ ਆਸ ਦਿਖੀ ਹੈ ਕਿ ਇੱਥੇ ਕੁਝ ਹੈ ਜੋ ਲਿਜਾਇਆ ਜਾ ਸਕਦਾ ਹੈ, ਜੋ ਕੀਮਤੀ ਹੈ ਔਰ ਜੋ ਅਸਲ ਵਿੱਚ ਹੈ, ਗੱਲਾਂ ਵਾਸਤੇ ਨਹੀਂ ਹੈ ਸਿਰਫ। ਫਿਰ ਗੁਰਮੁਖ ਦਾ ਮਾਰਗ ਸ਼ੁਰੂ ਹੋ ਜਾਂਦਾ ਹੈ।
ਤਾਂ ਕਦੇ ਮੈਂ ਇਸ ਚੀਜ਼ ਤੇ ਭਰੋਸਾ ਕਰ ਲਵਾਂ, ਇਸ ਗੱਲ ਨੂੰ ਪੱਲੇ ਬੰਨ ਲਵਾਂ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹ ਮੇਰੇ ਜੀਵਨ ਦਾ ਹਿੱਸਾ ਹੈ। ਇਹ ਬਾਹਰ ਦੀ ਦੂਰ ਦੀ ਗੱਲ ਨਹੀਂ ਹੈ, ਇਹ ਮੇਰੇ ਅੰਤਰ ਦੀ ਅਵਸਥਾ ਹੋ ਸਕਦੀ ਹੈ। ਬਸ ਅੰਤਰ ਝਾਕਣਾ ਹੈ, ਤਾਂ ਫਿਰ ਮੈਂ ਜੀਵਾਂਗਾ ਤਾਂ ਚਾਹੇ ਉਸੇ ਤਰ੍ਹਾਂ ਹੀ, ਕੰਮ ਵੀ ਮੈਂ ਉਹੀ ਕਰਾਂਗਾ ਸਾਰੇ, ਪਰ ਕੁਝ ਢੰਗ ਬਦਲ ਗਿਆ। ਕੁਛ ਹੁਣ ਉਦਾਸ ਰਹੇ ਮਨ ਥੋੜਾ ਜਿਹਾ, ਜਿਸ ਤਰ੍ਹਾਂ ਗੁਰੂ ਸਾਹਿਬ ਸਮਝਾਉਂਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਪੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹਨਾਂ ਘਰਾਂ ਵਿੱਚ ਰਹਿੰਦੇ ਹੋਏ ਹੀ ਲੱਗੇ ਵੀ ਬਨ ਵਿੱਚ ਰਹਿ ਰਹੇ ਕਿ ਕੰਮ ਤਾਂ ਕੁਝ ਹੋਰ ਕਰਨ ਆਇਆ, ਮੇਰਾ ਅਸਲ ਕੰਮ ਕੁਝ ਹੋਰ ਹੈ। ਇਹ ਭਰੋਸਾ ਮੇਰੇ ਮਨ ਵਿੱਚ ਜਿਸ ਦਿਨ ਹੋਏਗਾ, ਮੇਰਾ ਜੀਵਨ ਬਦਲ ਜਾਏਗਾ। ਇਹੀ ਬੀਜ ਹੈ ਗੁਰਮੁਖ ਜੀਵਨ ਦਾ। ਸਾਰੀਆਂ ਗੱਲਾਂ ਮੈਂ ਸੁਣਾਂਗਾ ਦੁਨੀਆ ਦੀਆਂ, ਕਈ ਲੋਕਾਂ ਨਾਲ ਮੈਂ ਵਿਚਾਰ ਕਰ ਸਕਦਾ ਹਾਂ, ਪਰ ਜਦ ਤੱਕ ਮੇਰੇ ਮਨ ਦੀ ਅੰਤਰ ਦੀ ਅਵਸਥਾ ਔਰ ਭਾਲ ਨਹੀਂ ਸ਼ੁਰੂ ਹੁੰਦੀ, ਜਦ ਤੱਕ ਅੰਮ੍ਰਿਤ ਦੀ ਸਰਚ ਨਹੀਂ ਸ਼ੁਰੂ ਹੁੰਦੀ, ਜਦ ਤੱਕ ਆਨੰਦ ਨੂੰ ਮੈਂ ਆਪਣੇ ਜੀਵਨ ਦਾ ਹਿੱਸਾ ਨਹੀਂ ਗਿਣਦਾ, ਤਦ ਤੱਕ ਗੁਰਮੁਖ ਜੀਵਨ ਦੀ ਬੁਨਿਆਦ ਨਹੀਂ ਬੈਠ ਸਕਦੀ। ਕੋਸ਼ਿਸ਼ ਕਰਾਂਗਾ, ਫਿਰ ਬਾਹਰ ਗਿਰਦਾ ਜਾਵਾਂਗਾ, ਕਿਉਂਕਿ ਅਸਲ ਵਿੱਚ ਹਾਲੇ ਇਹ ਫੇਥ ਨਹੀਂ ਆਇਆ, ਹਾਲੇ ਇਹ ਭਰੋਸਾ ਨਹੀਂ ਆਇਆ, ਹਾਲੇ ਇਹ ਦਰਸ਼ਨ ਨਹੀਂ ਹੋਏ ਕਿ ਸਤ ਹੈ ਸਭ ਕੁਝ। ਇਹ ਵੀ ਇੱਕ ਐਕਸਪੀਰੀਅੰਸ ਹੈ। ਜਦੋਂ ਦਰਸ਼ਨ ਵਰਡ ਮੈਂ ਯੂਜ਼ ਕਰਦਾ, ਮੈਂ ਉਸ ਨੂੰ ਇੱਕ ਐਕਸਪੀਰੀਅੰਸ ਦੀ ਤਰ੍ਹਾਂ ਕਰਦਾ, ਮੇਰੇ ਅੰਤਰ ਵਿੱਚ ਅਵੇਅਰਨੈਸ ਆ ਜਾਂਦੀ ਹੈ। ਕਰਤਾ ਮੈਂ ਸਭ ਕੁਝ ਰਿਹਾ ਹਾਂ, ਪਰ ਕੁਝ ਹੱਥ ਪੱਲੇ ਨਹੀਂ ਆ ਰਿਹਾ। ਤਾਂ ਉਹਦੇ ਦੋ ਤਰੀਕੇ ਨੇ, ਜਾਂ ਤਾਂ ਫਿਰ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਰੀ ਦੁਨੀਆ ਜੀਂਦੀ ਹੈ, ਦੂਸਰੇ ਨੂੰ ਦੁੱਖ ਨੂੰ ਆਪਣਾ ਸੁੱਖ ਬਣਾ ਲਓ, ਤਾਂ ਇਹ ਵੀ ਇੱਕ ਬੇੜੀ ਹੈ, ਸਮਾਂ ਤਾਂ ਨਿਕਲ ਹੀ ਜਾਏਗਾ। ਜਾਂ ਫਿਰ ਇਹ ਅੰਤਰ ਬਾਹਰ ਦੀ ਦੌੜ ਨੂੰ ਛੱਡ ਦਈਏ ਔਰ ਇੱਕ ਅੰਤਰ ਦੀ ਦੌੜ ਵਿੱਚ ਉਤਰ ਜਾਈਏ, ਇੱਕ ਮਨ ਦੀ ਅੰਤਰ ਦੀ ਅਵਸਥਾ ਵਿੱਚ ਪੈਰ ਰੱਖੀਏ, ਇੱਕ ਨਾਮ ਨੂੰ ਆਪਣਾ ਸਾਥੀ ਬਣਾ ਲਈਏ। ਇਹ ਚੀਜ਼ ਇਸ ਦੁਨੀਆ ਵਿੱਚ ਬਹੁਤ ਆਸਾਨੀ ਨਾਲ ਨਹੀਂ ਸਾਡੇ ਕੋਲ ਆਉਂਦੀ ਹੈ, ਪਰ ਸਾਨੂੰ ਪੁਕਾਰਨਾ ਇਸੇ ਲਈ ਹੈ। ਤਾਂ ਜਦੋਂ ਪਰਸੋਂ ਅਸੀਂ ਸ਼ਬਦ ਦੀ ਵਿਚਾਰ ਖਤਮ ਕੀਤੀ, ਤਾਂ ਮੇਰੇ ਮਨ 'ਚ ਭਾਵ ਇਹੀ ਆਇਆ ਕਿ ਅੰਮ੍ਰਿਤ ਦੀ ਗੱਲ ਸਾਨੂੰ ਕੁਝ ਖੋਲ੍ਹਣੀ ਚਾਹੀਦੀ ਹੈ। ਤਾਂ ਕੁਝ ਸ਼ਬਦ ਵੀ ਫਿਰ ਮਹਾਰਾਜ ਦੇ ਅੰਮ੍ਰਿਤ ਦੇ ਬਾਰੇ ਗੁਰੂ ਸਾਹਿਬ ਨੇ ਬਾਣੀ ਵਿੱਚ ਬਹੁਤ ਕੁਝ ਕਿਹਾ ਹੈ, ਔਰ ਉਹਦੇ ਵਿੱਚ ਅੰਮ੍ਰਿਤ ਨੂੰ ਨਾਮ ਵੀ ਕਿਹਾ ਮਹਾਰਾਜ ਨੇ। ਕਿੱਥੇ ਲੱਭਦਾ ਹੈ ਅੰਮ੍ਰਿਤ, ਇਹ ਵੀ ਦੱਸਿਆ ਹੈ, ਕਿਵੇਂ ਲੱਭੇਗਾ ਇਹ ਵੀ ਦੱਸਿਆ ਹੈ। ਇਹ ਅੰਤਰ ਦਾ ਬੇਨਤੀ ਮੇਰੀ ਇਹ ਹੈ, ਮੇਰੇ ਮਨ ਨੂੰ ਵੀ ਮੇਰੀ ਅਰਦਾਸ ਹੈ ਕਿ ਇਹ ਜਿਹੜੇ ਸ਼ਬਦ ਸਿਰਫ ਅਖਰੀ ਅਰਥ ਨਾਲ ਵਿਚਾਰ ਕੇ ਇਸ ਅੰਮ੍ਰਿਤ ਨੂੰ ਜੀਵਨ ਵਿੱਚ ਉਤਾਰਨ ਦਾ ਯਤਨ ਮੇਰਾ ਗਹਿਨ ਹੋ ਜੇ। ਗੁਰੂ ਮਹਾਰਾਜ ਕੋਈ ਇਹੋ ਜਿਹੀ ਹਜ਼ੂਰੀ ਬਖਸ਼ ਦੇਣ ਜੀਵਨ ਵਿੱਚ, ਐਕਸਪੀਰੀਅੰਸ ਬਖਸ਼ ਦੇਣ ਜੀਵਨ ਵਿੱਚ, ਜਿਹਦੇ ਨਾਲ ਮੇਰਾ ਇਸ ਅੰਮ੍ਰਿਤ ਦੀ ਭਾਲ ਜੀਵਨ ਦਾ ਮੇਨ ਫੋਕਸ ਸੈਂਟਰ ਹੋ ਜੇ। ਮਹਾਰਾਜ ਦੱਸਦੇ ਆ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੇ ਤਿਖ ਜਾਏ। ਦੇਖੋ ਮਹਾਰਾਜ, ਉਲਟ ਗੱਲ ਹੋ ਗਈ ਬਿਲਕੁਲ। ਭੋਗ ਵਿੱਚ ਭੋਗ ਕੇ ਮੈਨੂੰ ਤ੍ਰਿਪਤਾ ਨਹੀਂ ਮਿਲੇਗੀ, ਅੰਮ੍ਰਿਤ ਮੇਰੇ ਮਨ ਨੂੰ ਤ੍ਰਿਪਤ ਕਰ ਦੇਗਾ। ਪਦਾਰਥ ਮੇਰੇ ਮਨ ਨੂੰ ਸ਼ਾਂਤ ਨਹੀਂ ਕਰ ਪਾਏਗਾ, ਅੰਮ੍ਰਿਤ ਮੇਰੇ ਮਨ ਨੂੰ ਤ੍ਰਿਪਤ ਕਰ ਦੇਗਾ। ਤਾਂ ਮਹਾਰਾਜ ਕਹਿੰਦੇ ਨੇ ਕਿ ਇਹਨੂੰ ਡਿਫਾਈਨ ਵੀ ਕਰ ਦਿੰਦੇ ਮੇਰੇ ਲਈ, ਕਹਿੰਦੇ ਨੇ ਗੁਰ ਕਾ ਸ਼ਬਦ ਅੰਮ੍ਰਿਤ ਹੈ। ਸਾਨੂੰ ਇਹ ਤੇ ਡਾਊਟ ਨਹੀਂ ਹੈ ਗੁਰ ਦਾ ਸ਼ਬਦ ਕੀ ਹੈ। ਗੁਰੂ ਕਾ ਸ਼ਬਦ ਅੰਮ੍ਰਿਤ ਹੈ। 1430 ਪੰਨੇ ਮਹਾਰਾਜ ਨੇ ਸਾਨੂੰ ਬਖਸ਼ੇ ਹਨ, ਜੋ ਰਿਵੀਲਡ ਸ਼ਬਦ ਹੈ, ਜਾਂ ਜੋ ਦੂਸਰਿਆਂ ਨੂੰ ਰਿਵੀਲ ਹੋਇਆ ਔਰ ਗੁਰੂ ਸਾਹਿਬ ਨੇ ਆਪਣੀ ਮੋਹਰ ਲਗਾਈ ਉਹਨਾਂ ਤੇ। ਜਿਤ ਪੀਤੇ ਤਿਖ ਜਾਏ, ਭੁੱਖ ਚਲੀ ਜਾਏ, ਇੱਕ ਨਿਸ਼ਾਨੀ ਹੈ। ਜਿਸ ਸੰਗਤ ਵਿੱਚ ਸ਼ਬਦ ਦੀ ਵਿਚਾਰ ਹੋਏ, ਸ਼ਬਦ ਦੀ ਸਾਂਝ ਹੋਏ, ਮੇਰਾ ਮਨ ਤ੍ਰਿਪਤ ਹੋ ਕੇ ਉੱਠੇ, ਕੁਝ ਸ਼ਾਂਤ ਹੋ ਜੇ,
ਕੁਛ ਦੌੜ ਦੀ ਘਟ ਜੇ, ਕੁਝ ਸੰਤੋਖ ਵਿੱਚ ਆ ਜਾਏ, ਤਾਂ ਇਹ ਨਿਸ਼ਾਨੀਆਂ ਨੇ ਕਿ ਮਨ ਗੁਰੂ ਵੱਲ ਮੂੰਹ ਕਰਕੇ ਟੁਰ ਰਿਹਾ ਹੈ। ਐ ਮਨ ਸਾਚਾ ਸੱਚ ਰਤਾ, ਸੱਚੇ ਰਿਹਾ ਸਮਾਈ। ਇਹ ਜਿਹੜਾ ਮਨ ਹੈ ਜਿਹਦੇ ਵਿੱਚ ਸ਼ਬਦ ਦਾ ਅੰਮ੍ਰਿਤ ਮਿਲੇਗਾ, ਇਹ ਸੱਚ ਵਿੱਚ ਸਮਾਇਆ ਹੈ। ਗੁਰੂ ਨਾਨਕ ਸਾਹਿਬ ਸੱਚ ਸ਼ਬਦ ਨੂੰ ਬਹੁਤ ਨੇੜੇ ਰੱਖਦੇ ਆ ਆਪਣੇ। ਇਹ ਉਸ ਮਨ ਦੀ ਉਹ ਅਵਸਥਾ ਹੈ ਜੋ ਥਿਰ ਹੈ, ਜੋ ਸੱਚ ਹੈ ਤੇ ਸੱਚ ਹੀ ਰਹੇਗੀ, ਝੂਠ ਨਹੀਂ ਹੋਏਗੀ। ਮੇਰੇ ਮਨ ਦੀ ਅਵਸਥਾ ਅੱਜ ਸੱਚ ਕੱਲ ਝੂਠ, ਅੱਜ ਲੈਫਟ ਕੱਲ ਰਾਈਟ, ਅੱਜ ਉੱਪਰ ਕੱਲ ਥੱਲੇ, ਅੱਜ ਚੰਗਾ ਕੱਲ ਮਾੜਾ। ਇਹ ਜਿਹੜੀ ਅਵਸਥਾ ਜਿਹਦੇ ਚ ਅੰਮ੍ਰਿਤ ਮਿਲੇਗਾ, ਮੇਰੇ ਮਨ ਦੇ ਰੰਗ ਦੇਗੀ, ਮੇਰੇ ਮਨ ਨੂੰ ਸੰਤੋਖ ਵਿੱਚ ਲੈ ਆਏਗੀ। ਮਨ ਕੁਝ ਖੇੜੇ ਚ ਰਹੇਗਾ ਬਿਨਾਂ ਕਾਰਨ। ਕਿਉਂ ਰਹੇਗਾ? ਮਹਾਰਾਜ ਕਹਿੰਦੇ ਨੇ, ਆਖਣ ਵੇਖਣ ਬੋਲਣਾ ਸ਼ਬਦ ਰਿਹਾ ਸਮਾਏ। ਆਖੇਗਾ, ਵੇਖੇਗਾ, ਬੋਲੇਗਾ, ਸਭ ਕੁਝ ਹੋ ਰਿਹਾ ਹੈ, ਪਰ ਮਨ ਸ਼ਬਦ ਵਿੱਚ ਸਮਾਇਆ ਹੈ। ਭਾਵ ਅਰਥ ਸ਼ਬਦ ਅੰਮ੍ਰਿਤ ਦੀ ਅਵਸਥਾ ਹੈ। ਸ਼ਬਦ ਵਿੱਚ ਇਕਾਗਰਤਾ ਹੈ, ਔਰ ਇਸ ਇਕਾਗਰਤਾ ਵਿੱਚ ਆਨੰਦ ਹੈ। ਬਾਣੀ ਵਜੀ ਚਹਿ ਜੁਗੀ, ਸੋਚੋ ਸੋਚ ਸੁਣਾਏ। ਚਾਰੋਂ ਜੁਗਾਂ ਵਿੱਚ ਬਾਣੀ ਵੱਜਦੀ ਹੈ। ਸੱਚੋ ਸੱਚ ਸੁਣਾਏ, ਹੈ ਸੱਚ ਦੀ ਬਾਣੀ ਹੈ, ਸੱਚ ਸੁਣਾ ਰਹੀ ਹੈ ਸਾਨੂੰ। ਫਿਰ ਹੋਇਆ ਕੀ ਹੈ? ਕਾਰਨ ਕੀ ਹੈ? ਹਉਮੈ ਮੇਰਾ ਰਹਿ ਗਿਆ, ਸੱਚੇ ਲਿਆ ਮਿਲਾਏ। ਗੱਲ ਕੀ ਹੈ ਕਿ ਇਹ ਜਿਹੜੀ ਹਉਮੈ ਨੂੰ ਘੇਰਨ ਦਾ ਐਕਸਪੀਰੀਅੰਸ ਹੈ, ਇਹ ਸੌਖਾ ਨਹੀਂ ਹੈ। ਪਰ ਜਦੋਂ ਨਾਮ ਔਰ ਪ੍ਰੇਮ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਤਾਂ ਮਨ ਸੌਖਾ ਘਿਰ ਜਾਂਦਾ ਹੈ। ਜਦੋਂ ਅਸੀਂ ਪ੍ਰੇਮ ਨਾਲ ਕੀਰਤਨ ਵਿੱਚ ਲਿਵ ਲਗਾ ਲੈਂਦੇ ਹਾਂ ਤਾਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ। ਫਿਰ ਮਨ ਗਿਰ ਗਿਆ, ਹਉਮੈ ਗਈ। ਹੁਣ ਗੁਰਮਤਿ ਮਾਰਗ ਵਿੱਚ ਅੱਗੇ ਨਿਕਲ ਗਏ, ਇਹਨੂੰ ਕਮਾਣਾ ਹੈ ਫਿਰ ਹੋਰ। ਦਰਅਸਲ ਰੋਜ਼ ਦੇ ਜੀਵਨ ਵਿੱਚ ਕੁਝ ਇਹੋ ਜਿਹਾ ਸਮਾਂ ਮਿਲ ਜੇ ਜਦੋਂ ਮੈਂ ਆਪਣੇ ਈਗੋ ਤੋਂ ਬਿਯੋਂਡ ਜੀ ਸਕਾਂ, ਆਪਣੀ ਆਇਡੈਂਟੀਟੀ ਤੋਂ ਬਿਯੋਂਡ ਜੀ ਸਕਾਂ। ਇਹ ਜਿਤਨੀਆਂ ਫਿਕਰਾਂ, ਸੋਚਾਂ, ਪਰੇਸ਼ਾਨੀਆਂ ਮੈਂ ਲੈ ਕੇ ਚੱਲਦਾ ਹਾਂ, ਇਹ ਦਿਨੇ ਰਹਿਣ ਸਾਰੀਆਂ, 22 ਘੰਟੇ, 23 ਘੰਟੇ, 20 ਘੰਟੇ, ਪਰ 2, 3, 4 ਘੰਟੇ ਇਹੋ ਜਿਹੇ ਹੋਣ ਜਦੋਂ ਸਭ ਭੁੱਲ ਕੇ ਮੈਂ ਹੁਣ ਆਸਮਾਨ ਵਿੱਚ, ਗਗਨ ਵਿੱਚ, ਫਰੀਡਮ ਵਿੱਚ, ਆਜ਼ਾਦੀ ਵਿੱਚ, ਇਸ ਆਇਡੈਂਟੀਟੀ ਤੋਂ ਬਿਯੋਂਡ ਜੀ ਲਵਾਂ। ਜਿੱਥੇ ਮੈਂ ਨਹੀਂ ਹਾਂ ਤਾਂ ਅੰਮ੍ਰਿਤ ਵਰਖਾ, ਫਿਰ ਉਹ ਸੈਕਿੰਡ ਨੇਚਰ ਬਣ ਜਾਂਦਾ। ਇਹੀ ਸਮਝਾਉਂਦੇ ਸੀ ਸਾਨੂੰ। ਤਿੰਨ ਕੋ ਮਹਿਲ ਹਦੂਰ ਹੈ, ਤਿੰਨ ਕੋ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵ ਲਾਏ। ਉਹੀ ਮਹਿਲ ਸੱਚਾ ਹੈ ਜੋ ਸੱਚ ਵਿੱਚ ਲਿਵ ਲਾ ਕੇ ਰੱਖੇਗਾ। ਅੰਮ੍ਰਿਤ ਦੀ ਗੱਲ ਗੁਰੂ ਸਾਹਿਬ ਇੱਥੇ ਕੁਝ ਖੋਲਦੇ ਪਏ ਹੈ। ਗੁਰੂ ਅੰਗਦ ਸਾਹਿਬ ਵੀ ਅੰਮ੍ਰਿਤ ਦੀ ਗੱਲ ਕਰਦੇ। ਅੰਮ੍ਰਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਈ ਵਾਰ ਆਈ ਹੈ। ਸਾਨੂੰ ਅੰਮ੍ਰਿਤ ਸ਼ਬਦ 3-4 ਵੱਖਰੇ ਤਰੀਕੇ ਨਾਲ ਲਿਖਿਆ ਗਿਆ ਹੈ। ਗੁਰੂ ਅੰਗਦ ਸਾਹਿਬ ਦੱਸਦੇ ਆ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ। ਫਿਰ ਨਾਮ ਵਿੱਚ ਜਿਹੜਾ ਹੈ ਮਨ ਸਮਾ ਗਿਆ ਹੈ। ਜਿਨ੍ਹਾਂ ਨੇ ਤੇਰੀ ਨਾਮ ਦੀ ਵਡਿਆਈ ਜਾਣੀ ਹੈ, ਉਹਨਾਂ ਦੇ ਮਨ ਵਿੱਚ ਨਾਮ ਸਮਾ ਗਿਆ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ, ਇੱਕ ਓਂਕਾਰ। ਇਸ ਕਰਕੇ ਜਦੋਂ ਅਸੀਂ ਇੱਕ ਓਂਕਾਰ ਦੀ ਵਿਚਾਰ ਕੀਤੀ ਸੀ, ਮੈਂ ਆਪ ਨਾਲ ਸ਼ੇਅਰ ਕੀਤਾ ਸੀ ਕਿ ਇੱਕ ਓਂਕਾਰ ਦੀ ਅਵਸਥਾ ਜਿਹੜੀ ਹੈ, ਇਹ ਸਿਰਫ ਸਿੱਖਾਂ ਲਈ ਨਹੀਂ ਹੈ ਕਿ ਇੱਕ ਓਂਕਾਰ ਹੈ। ਇਹ ਜੋ ਵੀ ਉਸ ਅੰਮ੍ਰਿਤ ਨੂੰ ਜਾਣੇਗਾ, ਸ੍ਰਿਸ਼ਟੀ ਦੇ ਵਿੱਚ ਵਿਰਾਜਮਾਨ ਜੋ ਅੰਮ੍ਰਿਤ ਹੈ, ਜਦੋਂ ਮੇਰੇ ਮਨ ਦਾ ਐਕਸਪੀਰੀਅੰਸ ਉਹ ਹੋਏਗਾ, ਕਿਸੇ ਦਾ ਵੀ ਹੋਏਗਾ, ਕਿਸੇ ਵੀ ਪੰਥ ਵਿੱਚ, ਕਿਸੇ ਵੀ ਧਰਮ ਵਿੱਚ, ਕਿਸੇ ਵੀ ਸਥਾਨ ਵਿੱਚ, ਤਾਂ ਉਹ ਏਕਾ ਦੇ ਥਰੂ ਹੀ ਹੋਏਗਾ। ਇਸ ਕਰਕੇ ਦੇਖੋ, ਆਪਕੇ ਭਗਤ ਨਾਮਦੇਵ, ਭਗਤ ਰਵਿਦਾਸ, ਭਗਤ ਫਰੀਦ,
ਇਹਨਾਂ ਦੇ ਸਭ ਦੀ ਬਾਣੀਆਂ ਰਲਦੀਆਂ ਗੁਰੂ ਸਾਹਿਬ ਨਾਲ। ਸਮਾਂ ਫਰਕ ਹੈ, ਸਥਾਨ ਫਰਕ ਹੈ, ਪਰ ਗੁਰੂ ਮਹਾਰਾਜ ਨੇ ਉਹਨਾਂ ਬਾਣੀਆਂ ਨੂੰ ਪ੍ਰਵਾਨ ਕੀਤਾ। ਭਗਤ ਕਬੀਰ ਕਿਵੇਂ ਕੀਤਾ? ਕਿਉਂਕਿ ਐਕਸਪੀਰੀਅੰਸ ਇੱਕ ਦਾ ਹੈ। ਜਦ ਅੰਮ੍ਰਿਤ ਮਿਲ ਗਿਆ ਤਾਂ ਇੱਕ ਮਿਲੇਗਾ ਹੀ ਮਿਲੇਗਾ, ਦੂਜੇ ਨਾਲ ਨਹੀਂ ਹੋਏਗਾ। ਮਹਾਰਾਜ ਜਦੋਂ ਸਾਨੂੰ ਕਹਿੰਦੇ ਆ ਕਿ ਨਾਨਕ ਅੰਮ੍ਰਿਤ ਏਕ ਹੈ, ਜਦੋਂ ਸੁਰਤ ਵਿੱਚ ਇਕਾਗਰਤਾ ਆਏਗੀ, ਇੱਕ ਹੋਏਗੀ ਸੁਰਤ, ਤਾਂ ਹੀ ਅੰਮ੍ਰਿਤ ਮਿਲੇਗਾ। ਇੱਕ ਓਂਕਾਰ ਨੂੰ ਜਾਣਾਂਗੇ, ਦੂਜੇ ਵੱਲ ਨਹੀਂ ਜਾਵਾਂਗੇ। ਜਦੋਂ ਅਸੀਂ ਦੁਨੀਆ ਨੂੰ ਜੀਂਦੇ ਹਾਂ ਹੁਣ ਅੱਜ ਕੱਲ੍ਹ, ਤਾਂ ਅਸੀਂ ਦੂਸਰੇ ਨੂੰ ਦੇਖਦੇ ਹਾਂ ਕਿ ਦੂਸਰਾ ਸਾਨੂੰ ਸੁੱਖ ਦੇਗਾ, ਭਾਵੇਂ ਉਹ ਕੋਈ ਵਸਤੂ ਹੈ, ਭਾਵੇਂ ਉਹ ਕੋਈ ਰਿਲੇਸ਼ਨਸ਼ਿਪ ਹੈ। ਅਸੀਂ ਦੂਸਰੇ ਵੱਲ ਹੀ ਮੂੰਹ ਤਾਕਦੇ ਰਹਿੰਦੇ ਹਾਂ ਔਰ ਐਕਸਪੈਕਟੇਸ਼ਨ ਵਿੱਚ ਜੀਂਦੇ ਹਾਂ, ਉਤਨੇ ਹੀ ਡਿਸਅਪੁਆਇੰਟਡ ਹੁੰਦੇ ਹਾਂ। ਮੈਂ ਇੱਕ ਸ਼ੇਰ ਮੈਨੂੰ ਯਾਦ ਆਉਂਦਾ ਪੁਰਾਣਾ, जब किश्ती साबत व सूरत थी, साहिल की तमन्ना किसको थी, अब ऐसी शिकस्ता किश्ती में साहिल की तमन्ना कौन करे। जब किश्ती साबत व सूरत थी, जब जवानी सी उम्र दी, ਤਾਂ ਗੋਲ ਕਿਸੇ ਨੇ ਬਣਾਏ ਨਹੀਂ, ਸਾਹਿਲ ਨੂੰ ਮਿਲਣ ਦੀ ਕੋਈ ਗੱਲ ਕੀਤੀ ਨਹੀਂ। जब किश्ती साबत व सूरत थी, साहिल की तमन्ना किसको थी, उम्र ही लंघ गई, ਉਸ ਖਸਮ ਦੀ ਗੱਲ ਹੀ ਨਹੀਂ ਚਲਾਈ। ਕਹਿੰਦਾ ਹੁਣ ਇਸ ਸ਼ਿਕਸਤਾ ਕਿਸ਼ਤੀ ਮੇ ਸਾਹਿਲ ਕੀ ਤਮੰਨਾ ਕੌਣ ਕਰੇ। ਹੁਣ ਲੱਗਦਾ ਕਹਿੰਦੇ ਢਹਿੰਦੀ ਉਮਰ ਵਿੱਚ ਕੁਝ ਹੋਸ਼ ਤਾਂ ਆ ਰਿਹਾ, ਪਰ ਮੇਰੀ ਕਿਸ਼ਤੀ ਇਤਨੀ ਟੁੱਟ ਗਈ ਹੈ, ਹੁਣ ਕਿਸ ਤਰ੍ਹਾਂ ਚੱਲਾਂ ਮੈਂ। ਤਾਂ ਇਹ ਕਮਿਟ ਐਨਰਜੀ ਸਾਨੂੰ ਜਲਦੀ ਕਰਨੀ ਚਾਹੀਦੀ ਹੈ। ਮਹਾਰਾਜ ਸਾਨੂੰ ਦੱਸਦੇ ਹੈ ਕਿ ਇੱਕ ਹੀ ਹੈ, ਦੂਜਾ ਨਹੀਂ ਹੈ। ਨਾਨਕ ਅੰਮ੍ਰਿਤ ਮੰਨੇ ਮਾਹੇ, ਪਾਈਏ ਗੁਰ ਪ੍ਰਸਾਦ। ਮਹਾਰਾਜ ਜਿਵੇਂ ਸਾਨੂੰ ਮੂਲ ਮੰਤਰ ਦੇ ਦਰਸ਼ਨ ਕਰਾ ਰਹੇ ਹੋਣਗੇ, ਨਾਨਕ ਅੰਮ੍ਰਿਤ ਮਨੇ ਮਾਹੇ, ਇਹਦਾ ਮਤਲਬ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ। ਮੈਂ ਜੋ ਪਦਾਰਥ ਲੈ ਕੇ ਘੁੰਮ ਰਿਹਾ ਸੀ, ਉਹਦੀ ਲੋੜ ਨਹੀਂ ਸੀ ਮੈਨੂੰ। ਜੋ ਮੈਂ ਬਾਹਰ ਨਿਤ ਲੱਭਣ ਨਿਕਲਿਆ, ਚਲੋ ਬਾਹਰ ਚੱਲਦੇ ਹਾਂ, ਦਰਅਸਲ ਲੋੜ ਨਹੀਂ ਸੀ ਉਹਦੀ। ਇਹ ਤਾਂ ਮਨ ਵਿੱਚ ਹੀ ਹੈ ਭਾਈ। ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਏ ਗੁਰ ਪ੍ਰਸਾਦ। ਦੇਖੋ ਗੁਰ ਪ੍ਰਸਾਦ ਦੇ ਅਸੀਂ ਕਿਤਨੇ ਵਿਸਮਾਦ ਵਿੱਚ ਮਹਾਰਾਜ ਨੇ ਕਿਰਪਾ ਕੀਤੀ। ਕੋਈ ਗੁਰ ਪ੍ਰਸਾਦ ਨੂੰ ਸਮਝਣ ਦਾ ਯਤਨ ਕੀਤਾ, ਫਿਰ ਮਹਾਰਾਜ ਗੁਰ ਪ੍ਰਸਾਦ ਤੇ ਸਾਨੂੰ ਲੈ ਆਏ। ਮੇਰੀ ਸਿਰਫ ਤਿਆਰੀ ਕਰਨੀ ਬਣਦੀ ਹੈ, ਬਿਨਾਂ ਉਹਦੀ ਕਿਰਪਾ ਦੇ, ਬਿਨਾਂ ਉਹਦੀ ਨਜ਼ਰ ਦੇ ਇਹ ਦਰਵਾਜ਼ਾ ਨਹੀਂ ਖੁੱਲੇਗਾ। ਮੇਰੇ ਧੱਕੇ ਨਾਲ ਨਹੀਂ ਖੁੱਲ ਸਕਦਾ। ਉਹ ਯੋਗੀ ਕਰਦਾ ਹੈ, ਯੋਗੀ ਕਹਿੰਦਾ ਹੈ ਇਸ ਤਰ੍ਹਾਂ। ਮੈਂ ਬਚਪਨ ਵਿੱਚ ਅਸੀਂ ਜਦੋਂ ਸਰਚ ਕਰਦੇ ਸੀ ਤੇ ਤਿਬਤੀਆਂ ਦੀ ਕਹਾਣੀ ਪੜ੍ਹੀ ਆ ਮੈਂ, ਰਿੰਕੋਪੇ ਕੋ, ਉਹਦੀ 7-8-10 ਕਿਤਾਬਾਂ ਸੀਗੀਆਂ ਅਲੱਗ-ਅਲੱਗ। ਮੇਰੇ ਖਿਆਲ ਉਹ ਕੋਈ ਲਾਮਾ ਰਿੰਕੋਪੇ ਕਰਕੇ ਇਸ ਤਰ੍ਹਾਂ ਕਿਤਾਬ ਚੱਲਦੀ ਸੀ। ਮੈਨੂੰ ਯਾਦ ਹੈ ਉਹਦੇ ਵਿੱਚ ਉਹ ਇਹ ਦਸਮ ਦੁਆਰ ਦੀ ਹੋਰ ਤਰ੍ਹਾਂ ਨਾਲ ਗੱਲ ਕਰਦੇ ਸੀ, ਔਰ ਉਹ ਦੱਸਦੇ ਸੀ ਕਿ ਇਹਨੂੰ ਇਹ ਫਿਜ਼ੀਕਲੀ ਖੋਲਦੇ ਹੈ। ਮਤਲਬ ਉਹ ਕੁਝ ਇਨਸੇਸ਼ਨ ਕਰਦੇ ਆ ਸਿਰ ਦੇ ਉੱਤੇ, ਫਿਰ ਕੁਝ ਹੋਰ ਕਰਦੇ ਆ, ਫਿਰ ਕਈ ਸਾਲ ਲੱਗੇ ਰਹਿੰਦੇ ਆ। ਗੁਰਮਤਿ ਮਾਰਗ ਨਹੀਂ ਹੈ। ਗੁਰਮਤਿ ਮਾਰਗ ਰੰਗ ਨੂੰ, ਮਨ ਨੂੰ ਰੰਗਣਾ ਨਾਮ ਨਾਲ ਨਾ। ਯੋਗੀ ਕਹਿੰਦਾ ਮੈਂ ਧੱਕੇ ਨਾਲ ਖੋਲ ਲਾਂਗਾ। ਗੁਰਮਤਿ ਮਾਰਗ ਗੁਰ ਪ੍ਰਸਾਦ ਵਿੱਚ ਹੀ ਚੱਲਦਾ ਹੈ। ਸਾਡੀ ਤਿਆਰੀ ਬਣਦੀ ਹੈ, ਪੁਕਾਰ ਬਾਂਗ ਕਰਨੀ ਬਣਦੀ ਹੈ, ਜੋਦੜੀ ਕਰਨੀ ਬਣਦੀ ਹੈ, ਔਰ ਸਭ ਕੁਝ ਪ੍ਰੇਮ ਵਿੱਚ। ਪ੍ਰੇਮ ਆਧਾਰ ਹੈ ਜੀਵਨ ਦਾ। ਇਸ ਮਾਰਗ ਦਾ ਆਧਾਰ ਪ੍ਰੇਮ ਹੈ। ਪਰ ਜਿਹੜਾ ਇਸ਼ਾਰਾ ਗੁਰੂ ਸਾਹਿਬ ਕਰਦੇ ਨੇ, ਇਹ ਸੂਫੀਆਂ ਨੂੰ 11th ਡਾਇਰੈਕਸ਼ਨ ਕਹਿੰਦੇ ਹਨ। 10 ਬਾਹਰ ਡਾਇਰੈਕਸ਼ਨ ਨੇ, 8 ਜਿਹੜੀ ਸਾਡੇ ਆਲੇ ਦੁਆਲੇ, ਇੱਕ ਉੱਪਰ ਇੱਕ ਥੱਲੇ, ਔਰ 11ਵੀਂ ਅੰਦਰ। ਇਹ ਸੂਫੀਆਂ ਨੇ ਵੀ ਕਮਾਲ ਦੀ ਜੀਵਨ ਬਿਤਾਇਆ ਹੈ ਔਰ ਆਪਣੇ ਐਕਸਪੀਰੀਅੰਸਿਸ। ਇਹ ਜਿਹੜੀ ਟ੍ਰੈਡੀਸ਼ਨ ਮੌਲਾਨਾ ਦਾ ਹੈ ਜਾਂ ਸ਼ੇਖ ਸਾਦੀ ਦਾ ਹੈ, ਇਹ ਸੂਫੀ ਟ੍ਰੈਡੀਸ਼ਨ ਨੂੰ ਬਿਲੋਂਗ ਕਰਦੇ ਆ। ਤਾਂ ਇਹਨਾਂ ਵਿੱਚ ਕੁਝ
ਇਹੋ ਜਿਹੇ ਵੀ ਐਕਸਪੀਰੀਐਂਸਿਸ ਹਨ। ਮੌਲਾਨਾ ਦੀ ਮਸਨਵੀ ਜਦੋਂ ਮੈਂ ਪੜ੍ਹੀ ਸੀ ਤਾਂ ਉਹ ਕੁਰਾਨ ਨੂੰ ਵੀ ਡਿਫਾਈ ਕਿਧਰੇ ਕਿਧਰੇ ਕਰ ਦਿੰਦਾ ਹੈ, ਜਦ ਕਿ ਕਿਸੇ ਮੁਸਲਮਾਨ ਦੀ ਕਦੇ ਹਿੰਮਤ ਨਹੀਂ ਹੁੰਦੀ। ਮੈਨੂੰ ਯਾਦ ਹੈ ਇੱਕ ਇੰਸੀਡੈਂਸ ਹੋਇਆ ਕਿ ਰੋਜ਼ਿਆਂ ਵੱਲ ਜਿਹੜਾ ਉਹ ਮਹੀਨਾ ਹੁੰਦਾ ਇਹਨਾਂ ਦਾ ਰਮਜ਼ਾਨ ਦਾ, ਉਹਦੇ ਵਿੱਚ ਕਿਸੇ ਨੇ ਪ੍ਰੇਮ ਨਾਲ ਉਸਨੂੰ ਖਾਣਾ ਆਫਰ ਕੀਤਾ ਤਾਂ ਮੌਲਾਨਾ ਨੇ ਖਾ ਲਿਆ। ਤਾਂ ਉਹਦੇ ਸ਼ਿਸ਼ਿਆਂ ਨੇ ਕਿਹਾ ਕਿ ਤੁਸੀਂ ਇਹ ਆਪਣਾ ਰੋਜ਼ਾ ਤੋੜ ਦਿੱਤਾ, ਇਹ ਤੁਸੀਂ ਕੀ ਕੀਤਾ? ਮੌਲਾਨਾ ਨੇ ਕਿਹਾ ਕਿ ਰੋਜ਼ਿਆਂ ਦੇ ਤੋੜਨ ਦੀ ਪਨਿਸ਼ਮੈਂਟ ਹੈ, ਉਹਦੇ ਵਿੱਚ ਕੁਝ ਪਨਿਸ਼ਮੈਂਟ ਹੁੰਦੀ ਹੈ ਕਿ ਅਗਰ 1 ਮਹੀਨਾ ਤੁਸੀਂ ਤੋੜਤਾ ਫਿਰ ਤੁਹਾਨੂੰ 2.5 ਜਾਂ 3 ਮਹੀਨੇ ਇਸ ਤਰ੍ਹਾਂ ਕੁਝ ਕਰਨਾ ਪੈਂਦਾ ਹੈ। ਮੌਲਾਨਾ ਕਹਿੰਦੇ ਮੈਂ ਕਰ ਲਾਂਗਾ, ਪਰ ਮੈਂ ਕਿਸੇ ਦੇ ਪ੍ਰੇਮ ਨੂੰ ਨਹੀਂ ਠੁਕਰਾ ਸਕਦਾ। ਦੇਖੋ ਗੱਲ ਕੀ ਹੈ ਕਿ ਜਦੋਂ ਪ੍ਰੇਮ ਆਧਾਰ ਹੋਏਗਾ ਜੀਵਨ ਦਾ ਤੇ ਪ੍ਰੇਮ ਨੂੰ ਸੈਂਸਿਟਿਵ ਹੋਏਗਾ ਇਨਸਾਨ। ਸਾਡੇ ਗੁਰੂਆਂ ਨੇ ਵੀ ਪ੍ਰੇਮ ਨੂੰ ਆਲਿੰਗਨ ਕੀਤਾ ਹੈ, ਚਾਹੇ ਉਹ ਛੋਟੀ ਜੀ ਵਸਤੂ ਮਿਲੀ ਹੋਏ ਔਰ ਜੋ ਪ੍ਰੇਮ ਨਾਲ ਮਿਲੀ ਹੋਏ। ਔਰ ਪਿਛਲੇ ਪੌੜੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਭਾਸ਼ਾ ਹੀ ਦੱਸ ਦਿੱਤੀ ਪ੍ਰੇਮ ਹੈ ਕਿ ਗੱਲ ਕਰਨੀ ਹੈ ਰੱਬ ਨਾਲ ਤੇ ਪ੍ਰੇਮ ਨਾਲ ਹੀ ਕਰ ਪਾਓਗੇ, ਹੋਰ ਕੋਈ ਤਰੀਕਾ ਨਹੀਂ ਹੈ। ਮੈਂ ਆਪ ਨੂੰ ਬਾਰ-ਬਾਰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਬਾਰਡਰਲੈਸ ਸੀਮਲੈਸ ਦੁਨੀਆ ਹੈ ਸਪਿਰਿਚੁਅਲਿਟੀ। ਇੱਥੇ ਕੋਈ ਆਈਡੈਂਟੀਟੀ ਕ੍ਰਾਈਸਿਸ ਨਹੀਂ ਹੈ ਕਿ ਅਸੀਂ ਦੂਸਰੇ ਨੂੰ ਡਿਫਾਈਨ ਕਰਕੇ ਆਪਣੇ ਆਪ ਨੂੰ ਜਾਣੀਏ। ਬਹੁਤ ਦਫਾ ਅਸੀਂ ਹੁਣ ਸਾਡੀ ਕੌਮ ਵਿੱਚ ਵੀ ਇਸ ਤਰ੍ਹਾਂ ਹੋ ਗਿਆ ਕਿ ਅਸੀਂ ਇਤਨਾ ਜ਼ਿਆਦਾ ਡਿਫਰੈਂਸਿਸ ਕ੍ਰੀਏਟ ਕਰਨੇ ਸ਼ੁਰੂ ਕਰਤੇ ਕਿ ਉਹ ਔਰ ਮੈਂ ਦੇ ਵਿੱਚ ਇਤਨੇ ਭੇਦ ਪਾਣੇ ਸ਼ੁਰੂ ਕਰਤੇ ਕਿ ਅਸੀਂ ਇਹ ਭੁੱਲ ਹੀ ਗਏ ਕਿ ਮੈਨੂੰ ਆਪਣਾ ਜੀਵਨ ਵੀ ਜੀਣਾ ਹੈ। ਅਸੀਂ ਦੂਸਰੇ ਨੂੰ ਹੀ ਦੇਖਦੇ ਰਹਿ ਗਏ ਵੀ ਮੈਂ ਇਸ ਤਰ੍ਹਾਂ ਨਹੀਂ ਹਾਂ, ਮੈਂ ਇਸ ਤਰ੍ਹਾਂ ਨਹੀਂ ਹਾਂ, ਮੈਂ ਇਸ ਤਰ੍ਹਾਂ ਨਹੀਂ ਹਾਂ, ਪਰ ਮੈਂ ਹਾਂ ਕੀ ਉਹ ਮੈਂ ਜੀਆ ਹੀ ਨਹੀਂ। ਮੈਨੂੰ ਤਾਂ ਜੋ ਮੈਂ ਹਾਂ ਉਹ ਜੀਣਾ ਹੈ, ਜੋ ਮੈਂ ਨਹੀਂ ਹਾਂ ਉਹ ਤਾਂ ਮੈਂ ਹਾਂ ਹੀ ਨਹੀਂ। ਤਾਂ ਮੇਰੇ ਭਾਵ ਵਿੱਚ ਇਹ ਥੋੜਾ ਜਿਹਾ ਫਰਕ ਹੈ ਚਾਲ ਦਾ। ਅਸੀਂ ਅਗਰ ਕੰਪੈਰੀਟਿਵ ਰਿਲੀਜਨ ਪੜ੍ਹੀਏ, ਸਾਨੂੰ ਆਪਣਾ ਜਾਣਨਾ ਚਾਹੀਦਾ ਸਾਨੂੰ ਕੀ ਕਰਨਾ ਹੈ, ਤੇ ਦੂਸਰਾ ਤਾਂ ਆਪਣੇ ਆਪ ਗਿਰ ਗਿਆ। ਜਿਹੜਾ ਗੁਰਮਤ ਮਾਰਗ ਵਿੱਚ ਨਹੀਂ ਹੈ ਉਹ ਆਪਣੇ ਆਪ ਗਿਰ ਜਾਏਗਾ। ਫਿਰ ਸਾਨੂੰ ਗਿਆਨ ਵੀ ਹੋ ਜਾਏਗਾ। ਜਿਵੇਂ ਸਾਨੂੰ ਗਿਆਨ ਹੈ ਕਿ ਯੋਗੀ ਜਿਹੜਾ ਹੈ ਉਹ ਧੱਕੇ ਨਾਲ ਜ਼ੋਰ ਨਾਲ ਕਹਿੰਦਾ ਮੈਂ ਦਰਵਾਜ਼ੇ ਖੋਲਾਂਗਾ, ਗੁਰਮਤ ਮਾਰਗ ਨਹੀਂ ਕਹਿੰਦੀ। ਮਹਾਰਾਜ ਸਾਨੂੰ ਹੁਣ ਡਾਇਰੈਕਸ਼ਨ ਦੱਸ ਰਹੇ ਹਨ ਕਿ ਅੰਮ੍ਰਿਤ ਕਿੱਥੇ ਮਿਲੇਗਾ, ਕਿ ਅੰਮ੍ਰਿਤ ਦਾ ਨੇਚਰ ਕੀ ਹੈ। ਉਹਨਾਂ ਨੇ ਸਮਝਾ ਦਿੱਤਾ ਕਿ ਮਨ ਵਿੱਚ ਮਿਲੇਗਾ ਭਾਈ, ਇਹ ਬਾਹਰ ਦੀ ਦੌੜ ਵਿੱਚ ਨਹੀਂ ਮਿਲ ਰਿਹਾ, ਮੈਨੂੰ ਅੰਤਰ ਵਿੱਚ ਮਿਲੇਗਾ। ਇਹ ਅੰਤਰ ਦੀ ਜਿਹੜੀ ਦੌੜ ਹੈ ਮੇਰੀ, ਇਹ ਕਮਿਟਮੈਂਟ ਜਿਸ ਦਿਨ ਮੈਂ ਜੀਵਨ ਵਿੱਚ ਕਰ ਲਵਾਂਗਾ ਉਸ ਦਿਨ ਮੈਨੂੰ ਲੱਗਦਾ ਕਿ ਮੇਰਾ ਜੀਵਨ ਬਦਲ ਜਾਏਗਾ ਕਾਫੀ। ਇਹ ਰੰਗ ਚੜ ਜਾਏਗਾ, ਫਿਰ ਅੰਮ੍ਰਿਤ ਦਾ ਰੰਗ ਚੜ ਜਾਏਗਾ, ਨਾਮ ਦਾ ਰੰਗ ਚੜਨ ਦੀ ਪੋਸਿਬਿਲਿਟੀ ਹੋ ਜਾਏਗੀ। ਇਹ ਗੱਲ ਜਿਹੜੀ ਅਸੀਂ ਹੁਣ ਵਿਚਾਰ ਰਹੇ ਹਾਂ, ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਵੀ ਸਾਨੂੰ ਫਿਰ ਦੱਸੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਜਿਹੜਾ ਵਿਸਰਾਮ ਮੈਂ ਭੋਗਾ ਤੋਂ ਲੱਭਦਾ ਵਾਂ ਕਿ ਭੋਗ ਕੇ ਮੈਂ ਵਿਸਰਾਮ ਕਰ ਲਵਾਂਗਾ, ਮਹਾਰਾਜ ਕਹਿ ਰਹੇ ਨੇ ਕਿ ਇਹ ਅੰਮ੍ਰਿਤ ਨਾਲ ਵਿਸਰਾਮ ਮਿਲਦਾ ਹੈ। ਇਹ ਅੰਤਰ ਵਿੱਚ ਹੈ, ਬਾਹਰ ਨਹੀਂ ਹੈ। ਔਰ ਅਗਰ ਇਹ ਆਪਣੀ ਲੈਵਲ ਤੇ ਅਸੀਂ ਕਮਿਟ ਕਰੀਏ, ਜਾਂ ਜਿਵੇਂ ਆਉਣ ਵਾਲੇ ਸਮੇਂ ਵਿੱਚ ਜਦੋਂ ਸ੍ਰਿਸ਼ਟੀ ਦੇ ਐਵੋਲੂਸ਼ਨ ਅਗਰ ਹੋ ਜਾਏ ਨਾਮ ਵੱਲ, ਤਾਂ ਦੇਖੋ ਦੁਨੀਆ ਕਿਵੇਂ ਬਦਲ ਜਾਏਗੀ। ਬਹੁਤ ਫਰਕ ਪੈ ਜਾਏਗਾ, ਕਿਉਂਕਿ ਪਦਾਰਥਵਾਦ ਇੱਕਦਮ ਗਿਰ ਜਾਏਗਾ, ਹੋਏਗਾ ਵੀ ਤੇ ਥੋੜਾ ਹੋਏਗਾ, ਨੀਡ ਬੇਸਡ ਜੀਵਨ ਰਹਿ ਜਾਏਗਾ। ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਪੁਜਾਈ। ਹੁਣ ਮਹਾਰਾਜ ਦੱਸਦੇ ਨੇ ਕਿਵੇਂ ਕਰਨਾ ਹੈ, ਸਿਮਰ ਕਰਕੇ ਕਰਨਾ ਹੈ, ਜਪ ਕਰਕੇ ਕਰਨਾ ਹੈ, ਸਾਰੀ ਅੱਗ ਬੁਝਾ ਦੇਗਾ, ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਬੁਝਾ ਦੇਗਾ। ਤੇ ਅੰਮ੍ਰਿਤ ਜਿਹੜਾ ਹੈ ਨਾਮ ਹੈ, ਸਤਨਾਮ ਦੇ ਦਰਸ਼ਨ ਅਸੀਂ ਕੀਤੇ ਹਨ। ਮੇਰਾ ਨਾਮ ਨਹੀਂ ਹੈ, ਉਸ ਦਾ ਨਾਮ ਹੈ। ਜਦੋਂ ਮੈਂ ਮੇਰਾ ਨਾਮ ਲੈਣਾ ਬੰਦ ਕਰਾਂਗਾ, ਉਹਦਾ ਨਾਂ ਸ਼ੁਰੂ ਹੋਏਗਾ। ਗੁਰੂ ਨਾਨਕ ਸਾਹਿਬ ਦਾ ਫਿਰ ਪਿਆਰਾ ਸ਼ਬਦ ਹੈ ਗੌੜੀ ਮਹੱਲਾ ਪਹਿਲਾ ਵਿੱਚ,
उल्टियो कमल ब्रह्म विचार, अमृत तार गगन दस द्वार। उल्टियो कमल ब्रह्म विचार, अमृत तार गगन दस द्वार। उल्टा कमल, दरबार साहब के उपर उल्टा कमल है। कमल उस वल मुँह करता जिथे प्रकाश है, सूरज वल मुँह करता है। तो वो एक संकेतन है कि असल प्रकाश जीवन का बाणी है। ब्रह्म विचार विच महाराज कह रहे हैं उल्टियो कमल। कमल की एक सिंबॉलिक भी दसम द्वार नाल रिलेशन है। जिहड़ा समाज विच मन है उसनूं कमल दे नाल रिलेट कीता है। अमृत तार गगन दस द्वार, दसम द्वार विच धारा बह रही है, कह रहे अमृत दी, जिवें झरने बह रहे होण। भगत कबीर भी यही गल करते सन। आसमान में आने लहंग दरिया, गुसल करदन बूद, स्नान कर लै भाई इहदे विच दरिया बह रहा है। साहिब सानू समझा रहे हैं कि यह मन का एक दसम द्वार विच एक झरना बह रहा आनंद का। दसो सानू कदे ज्ञान हो जाए कि मेरे अंतर एक मन विच आनंद का झरना बह रहा है, तो मेरा जीवन किवें पलट जाएगा। एक बारी एक खेन एक्सपीरियंस हो जाए, मुड़ के जीवन फर्क दिखना शुरू हो जाएगा। अमृत तार गगन दस द्वार। फिर महाराज ने समझाया है कि अमृत जिहड़ा है रस की तरह है, नेक्टर। मन मानिया अमृत रस पीजे, रे मन मेरे भरम न कीजे, मन मानिए अमृत रस पीजे। त्रिभुवन बेदिए आप मुरार, त्रिभुवन बेदिया आप मुरार, रे मन मेरे भरम न कीजे, मन मानिए अमृत रस पीजे। कहते भुलेखा ना करी, भरोसा करके उतरीए प्रेम नाल। जदों मन विच अमृत उतरेगा, कह रहे मन मन जाएगा, उदों फिर नहीं कोई भटकन रहेगी। जान जाएगा मन सत की है। जन्म जीत मरण मन मानिया, आप मुआ मन मन ते जानिया। जन्म जीत मरण मन मानिया, जन्म दे जिंदे जी मन मार लईए। वो मन जिहड़ा अस्थिर मन है, अनस्टेबल माइंड है, कंडीशनड माइंड है मेरा, जिहड़ा मेरे अपने विचारां नाल भरिया है, एक्सपीरियंसिस नाल भरिया है, संस्कारां नाल भरिया है, जिहड़ा स्थिर नहीं है। आप मुआ मन मन ना जानिया, मन ते जानिया। आप मुआ मन, ए मन मरिया है, उस मन नूं जान लिया है जिहदे विच अमृत बरखा बह रही है, अमृत धारा बह रही है। देखो महाराज किवें गुरु साहब सानू एक नवे जीवन की गल करते हैं, एक होपफुल जीवन की गल करते हैं, एक परमानेंट जीवन की गल करते हैं, एक नवे देश की गल करते हैं। बेगमपुरा शहर को नाओ, दुख अंदो नहीं है थाओ, बिना गमा दा एक शहर की गल करते हैं। अब मोए खूब वतन गए पाई, उहाँ खैर सदा मेरे पाई। गल तो यह है कि मेरा मन यह भरोसा कदों करेगा कि यह सच है। इहो जिहा बेगमपुरा मेरे वास्ते है और मैं इहनूं कमा सकदा हां। पहला तो मेरा मन मनदा ही नहीं कि यह है, और फिर अगर मनदा है तो कहना मेरा मन मैनूं धोखा पांदा है कि यह तो संतां दी गल है, जो संत कमाणगे ਉਹੀ ਜਾਣਨਗੇ। गुरु साहब सानू समझाते हैं कि जो बाणी नाल प्रेम करेगा, जो नाम नाल प्रेम कर सकेगा, जो मन और नाम दे विच एक मिकता ले आएगा, एकाग्र मन विच नाम विच उतर जाएगा, उहदे मन विच अमृत बरखा होएगी। यह जुगती दसदे है, प्रेम नाल, भावना नाल।
ਮਹਾਰਾਜ ਨੇ ਜੋ ਸਾਨੂੰ ਕਿਹਾ ਉਹ ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਸਾਡੇ ਲਈ ਹੈ, ਇਹ ਯੂਨੀਵਰਸਲ ਟਰੁਥਸ ਹੈ। ਫਿਰ ਘਰ ਵੀ ਇੱਥੇ ਹੀ ਹੈ, ਸਾਡਾ ਅਸਲ ਘਰ ਵੀ ਇੱਥੇ ਹੀ ਹੈ, ਸਾਡਾ ਅਸਲ ਧਰਮ ਵੀ ਇਹੀ ਹੈ। ਘਰ ਮਤਲਬ ਕੀ ਹੋਇਆ? ਜਿੱਥੇ ਆਈ ਐਮ ਮੋਸਟ ਐਟ ਹੋਮ, where I am most relaxed, where I am fearless, where I am troubleless, where I have no anxiety, no fears, no instability, where I am relaxed and at peace। ਇਹ ਮੇਰਾ ਘਰ ਹੈ। ਮੈਂ ਘਰ ਜਾਂਦਾ ਵਾਂ ਕੰਮ ਤੋਂ, ਪਰੇਸ਼ਾਨੀਆਂ ਨਾਲ ਦੁਨੀਆ ਵਿੱਚ ਭਰ ਕੇ ਘਰ ਵਿੱਚ ਜਾ ਕੇ ਆਰਾਮ ਕਰ ਪੈਂਦਾ। ਆਪਣੇ ਘਰ ਆ ਗਏ ਹਾਂ। ਇਹ ਮੇਰਾ ਘਰ ਹੈ ਜਿੱਥੇ ਅੰਮ੍ਰਿਤ ਵਰਖਾ ਹੁੰਦੀ ਹੈ, ਜਿੱਥੇ ਨਾਮ ਦੀ ਵਰਖਾ ਹੁੰਦੀ ਹੈ। ਇਹ ਤੁਹਾਡਾ ਵੀ ਘਰ ਇਹੀ ਹੈ, ਮੇਰਾ ਵੀ ਘਰ ਉਹੀ ਹੈ। अब भगत रविदास फिर समझाते हैं सानू कि जो हम शहरी सो मीत हमारा। ਜਿਹੜੇ ਉਸ ਸ਼ਹਿਰ ਦੇ ਵਾਸੀ ਨੇ ਉਹ ਮੇਰੇ ਮੀਤ ਹਨ। ਇਹ ਹਨ ਲੋਕ ਜਿਨ੍ਹਾਂ ਨੂੰ ਫਿਰ ਅਸੀਂ ਕਦੇ ਛੱਡਾਂਗੇ ਨਹੀਂ, ਸਦਾ ਲਈ ਨਾਲ ਰਵਾਂਗੇ, ਕਿਉਂਕਿ ਉਹ ਮੀਤ ਸਦਾ ਲਈ ਹਨ। ਮੇਰਾ ਘਰ ਹੈ ਇਹ ਹੈ, ਮੇਰਾ ਧਰਮ ਹੈ ਇਹ ਹੈ। ਧਰਮ ਮੇਰੇ ਐਕਚੁਅਲ ਨੇਚਰ ਕੀ ਹੈ ਇਨਸਾਨ ਦਾ, ਇਕਾਗਰ ਮਨ, ਆਨੰਦ ਰੂਪੀ, ਸਦਾ ਲਈ ਕਦੇ ਨਾ ਮਰਨੇ ਵਾਲ ਦੀ ਅਵਸਥਾ। ਇਹ ਅਸਲ ਮਨ, ਤੂੰ ਹੀ ਨਿਰੰਕਾਰ, ਇਹ ਉਹ ਅਵਸਥਾ ਮਨ ਦੀ ਹੈ ਜਿਹੜੇ ਸਾਡੇ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ, ਜਿਸ ਨੂੰ ਮਹਾਰਾਜ ਕਹਿੰਦੇ ਆ ਸਭ ਮੇ ਜੋਤ, ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੇ ਚਾਨਣ ਹੋਏ। ਸਭ ਮੇ ਫਿਰ ਨਾਲ ਕੁੰਜੀ ਦਿੰਦੇ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ। ਇਹਦੇ ਵਿੱਚ ਸਿਰਫ ਇੰਨਾ ਐਲੀਮੈਂਟ ਜ਼ਰੂਰੀ ਹੈ ਕਿ ਗੁਰ ਪ੍ਰਸਾਦ, ਸੁਰਤ ਔਰ ਸ਼ਬਦ, ਇਕਾਗਰ ਮਨ ਕਰਨਾ ਮੇਰੇ ਕੰਟਰੋਲ ਵਿੱਚ ਹੈ, ਉਸ ਨੂੰ ਸ਼ਬਦ ਵਿੱਚ ਲੀਨ ਕਰ ਦੇਣਾ ਗੁਰ ਪ੍ਰਸਾਦ ਦੀ ਵਰਖਾ ਹੈ। ਤਾਂ ਮੇਰਾ ਧਰਮ ਵੀ ਇਹੀ ਹੈ, ਮੇਰਾ ਟਰੂ ਨੇਚਰ ਵੀ ਇਹੀ ਹੈ, ਮੇਰੀ ਡਿਊਟੀ ਵੀ ਇਹੀ ਹੈ। ਧਰਮ ਦੇ ਦੋ ਅਰਥ, ਧਰਮ ਦੇ ਤੇ ਵੈਸੇ ਬੜੇ ਅਰਥ ਨੇ, ਦੋ ਅਰਥ ਜਿਹੜੇ ਸਮਝਣ ਵਾਸਤੇ ਅਸੀਂ ਦੇਖਦੇ ਹਾਂ ਕਿ ਨੇਚਰ ਕੀ ਹੈ ਉਸਦਾ, ਦੂਸਰਾ ਉਹਦੀ ਡਿਊਟੀ ਕੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਬਰੀਆ ਹੈ, ਸਮਾਂ ਹੈ, ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਇਹ ਮੇਰੀ ਡਿਊਟੀ ਹੈ। ਇਸ ਸਮਾਂ ਮਿਲਿਆ ਹੈ ਅੰਮ੍ਰਿਤ ਕਮਾਉਣ ਦਾ, ਮੈਨੂੰ ਸਮਝ ਆ ਜਾਏ ਬਸ, ਮੇਰਾ ਮਨ ਇਸ ਭਰੋਸੇ ਵਿੱਚ ਜੀਏ ਕਿ ਯੈਸ, this is what I need to work towards. This is my true commitment to life. This is my direction where I will find truth. सच ਕਿਵ ਸਚਿਆਰਾ ਹੋਈਏ। ਇਹਦੇ ਵਿੱਚ ਅਗਰ ਥੋੜਾ ਜਿਹਾ ਵਿਚਾਰੀਏ ਤੇ ਬੜੀ ਸੂਖਮ ਜਿਹਾ ਭੇਦ ਹੈ। ਮਨ ਜਿਸ ਦਿਨ ਇਸ ਸੰਕਲਪ ਵਿੱਚ ਆ ਗਿਆ, ਬਹੁਤ ਸੂਖਮ ਜਿਹਾ ਭੇਦ ਹੈ। It's just a line you cross, but the day we cross it, we change forever. Then the ocean is our life. ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੂਖ ਲੈ ਜਾਵਣਿਆ। ਸਭ ਭੂਖ ਲੈ ਜਾਵਣਿਆ, ਸਾਰੀ ਭੁੱਖਾਂ ਲੈ ਜਾਏਗਾ। ਇਹ ਮੈਟਰ ਕਰਦਾ ਹੈ। ਇਹ ਨਹੀਂ ਮੈਟਰ ਕਰਦਾ ਮੈਨੂੰ ਕਿੰਨੇ ਲੋਕ ਹਾਰ ਪਾਉਣਗੇ, ਕਿੰਨਾ ਮੇਰਾ ਮਾਣ ਹੋ ਜਾਏਗਾ, ਕਿੰਨਾ ਮੇਰੇ ਕੋਲ ਪੈਸਾ ਹੋਏਗਾ। ਉਹ ਬਹੁਤ ਡਿਫਰੈਂਟ ਪਲੇਨ ਹੈ, ਉਸ ਤੇ ਵੀ ਮੈਂ ਉਲਝ ਸਕਦਾ ਵਾਂ। ਬਟ ਇਹ ਅਗਰ ਫਾਊਂਡੇਸ਼ਨ ਮੇਰੀ ਖੜੀ ਹੋ ਗਈ ਲਾਈਫ ਦੀ, ਮੈਨੂੰ ਲੱਗਦਾ ਉਦੋਂ ਫਿਰ ਮੇਰੇ ਲਈ ਉਸ ਅਨਸਰਟਨਿਟੀ ਵਿੱਚ ਜੀਣਾ ਵੀ ਆਸਾਨ ਹੋ ਜਾਏਗਾ। ਇਹਦੇ ਬਿਨਾਂ ਉਹ ਇੰਪੋਸੀਬਿਲਿਟੀ ਹੈ, ਕਿਉਂਕਿ ਅੰਮ੍ਰਿਤ ਸ਼ਬਦ, ਅੰਮ੍ਰਿਤ ਹਰ ਬਾਣੀ, ਹਰੀ ਦੀ ਬਾਣੀ, ਗੁਰੂ ਦਾ ਸ਼ਬਦ, ਇਹ ਅੰਮ੍ਰਿਤ ਹੈ। ਸਤਿਗੁਰ ਸੇਵੀਏ ਹਿਰਦੇ ਸਮਾਣੀ। ਸੇਵਾ ਕਿਵੇਂ ਹੋਏਗੀ? ਜਦੋਂ ਮਨ ਅਰਪਣ ਕਰ ਦਿਆਂਗਾ, ਸੁਰਤ ਨੂੰ ਸ਼ਬਦ ਨਾਲ ਰਲਾ ਲਵਾਂਗਾ, ਜਦੋਂ ਮੈਂ ਤੋਂ ਪਰੇ ਚਲੇ ਜਾਵਾਂਗਾ, ਮੈਲ ਜਦੋਂ ਮਨ ਤੋਂ ਉਤਰ ਜਾਏਗੀ,
ਤਾਂ ਇਹ ਪੋਸੀਬਿਲਿਟੀਜ਼ ਬਣ ਜਾਣਗੀਆਂ। ਮੈਲ ਕਿਵੇਂ ਉਤਰੇਗੀ? ਨਾਮ ਨਾਲ ਉਤਰੂਗੀ। ਕਿਉਂਕਿ ਇਹ ਘਰ ਦੇ ਸਾਹਮਣੇ ਜਿਵੇਂ ਕੂੜਾ ਲੱਗਿਆ ਹੈ, ਮੇਰੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਕੂੜਾ ਗਿਰਿਆ ਹੋਇਆ ਹੈ, ਉਹਦੀ ਸਫਾਈ ਕਰਾਂਗਾ ਤਾਂ ਘਰ ਸਾਹਮਣੇ ਆ ਜਾਏਗਾ। ਫਿਰ ਉਹ ਪੋਸੀਬਿਲਿਟੀਜ਼ ਇਨਫਾਈਨਾਈਟ ਹੋ ਜਾਣਗੀਆਂ ਕਿ ਘਰ ਹੈ, ਇਹ ਭਰੋਸਾ ਵੀ ਹੋ ਜਾਏਗਾ ਕਿਉਂਕਿ ਦਿਖ ਜਾਏਗਾ ਘਰ। ਘਰ ਹਾਲੇ ਤਾਂ ਮੇਰੀ ਅਵਸਥਾ ਮਨ ਦੀ ਇਹ ਹੈ ਕਿ ਮੇਰੇ ਮਨ ਦੇ ਉੱਪਰ ਕੂੜਾ ਪਿਆ ਹੈ, ਮੈਨੂੰ ਦਿਖਦਾ ਹੀ ਨਹੀਂ ਅੰਦਰ ਕਿਹੜੇ ਭੰਡਾਰੇ ਨੇ। ਗੁਰਪ੍ਰਸਾਦ ਦੀ ਪੋਸੀਬਿਲਿਟੀ ਤਾਂ ਹੈ ਹੀ ਨਹੀਂ, ਕਿਉਂਕਿ ਮਨ ਆਪਣੇ ਘਰ 'ਚ ਵੀ ਨਹੀਂ ਹੈ, ਹਾਲੇ ਇਕਾਗਰ ਹੀ ਨਹੀਂ ਹੈ, ਸੁਰਤ ਵੇਵਰੀ ਕਰਦਾ ਰਹਿੰਦਾ ਹੈ। ਗੁਰੂ ਸਾਹਿਬ ਕਿੰਨੇ ਪਿਆਰ ਨਾਲ ਸਮਝਾਉਂਦੇ ਆ, ਝਿਮ ਝਿਮ ਬਰਸੇ ਅੰਮ੍ਰਿਤ ਧਾਰਾ। ਇਹ ਨਾ ਐਸੋਟੈਰਿਕਲੀ ਇਹਨਾਂ ਦਾ ਮੀਨਿੰਗ ਕੁਛ ਜਿਵੇਂ ਆਪ ਨੂੰ ਮੈਂ ਐਲੀਗਰੀ ਗੱਲ ਕੀਤੀ ਸੀ, ਮਹਾਰਾਜ ਬਾਰ-ਬਾਰ ਅੰਮ੍ਰਿਤ ਧਾਰਾ ਦੀ ਗੱਲ ਕਰਦੇ ਹੈ। ਇਹ ਐਵੇਂ ਨਹੀਂ ਹੈ, ਇਹ ਅੰਮ੍ਰਿਤ ਦੇ ਪਲੇਨ ਤੇ ਇਹਦਾ ਕੁਝ ਮੀਨਿੰਗ ਹੈ। ਮੈਂ ਇਹਨੂੰ ਨਹੀਂ ਜਾਣਦਾ, ਤੁਸੀਂ ਨਹੀਂ ਜਾਣਦੇ, ਪਰ ਜਿਹਨੂੰ ਅੰਮ੍ਰਿਤ ਦਾ ਐਕਸਪੀਰੀਅੰਸ ਹੋਏਗਾ ਉਹ ਜਾਣੇਗਾ ਕਿ ਇਹ ਤੇ ਧਾਰਾ ਬਹਿ ਰਹੀ ਹੈ। ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ। ਸੁਨ ਸ਼ਬਦ ਹੋ ਗਿਆ, ਸੁਨ ਸਮਾਧੀ ਦੀ ਗੱਲ ਚੱਲ ਰਹੀ ਹੈ। ਸ਼ਬਦ ਦੇ ਧਿਆਨ ਵਿੱਚ ਜਦੋਂ ਬੈਠਾਂਗੇ ਸੁਨ ਹੋ ਜਾਏ, ਸ਼ਬਦ ਦੇ ਵਿੱਚ ਸੁਨ ਹੋ ਜਾਏਗਾ। ਕਿਵੇਂ ਮਹਾਰਾਜ ਸਮਝਾਉਂਦੇ ਹਨ ਸਾਨੂੰ, ਅਧਿਆਤਮ ਦੀ, ਬ੍ਰਹਮ ਗਿਆਨ ਦੀ ਉਹ ਅਵਸਥਾਵਾਂ ਦੱਸਦੇ ਹਨ ਜਿਹੜੀ ਅੱਜ ਦੇ ਜੀਵਨ ਵਿੱਚ ਲੋਕ ਭਟਕਦੇ ਫਿਰਦੇ ਹੈ, ਗੁਰੂ ਲੱਭਦੇ ਫਿਰਦੇ ਹੈ, ਮੱਥੇ ਟੇਕੀ ਫਿਰਦੇ ਹੈ, ਪਿੱਛੇ ਪਿੱਛੇ ਭੱਜਦੇ ਹੈ। ਗੱਲ ਸਾਰੀ ਵਿਚਾਰ ਦੀ, ਸ਼ਬਦ ਦੀ ਹੈ। ਮੈਨੂੰ ਲੱਗਿਆ ਕਿ ਅੰਮ੍ਰਿਤ ਦੀ ਗੱਲ ਸਾਨੂੰ ਚਲਦੇ ਚਲਦੇ ਕੁਝ ਖੋਲ ਲੈਣੀ ਚਾਹੀਦੀ ਹੈ। ਆਸ ਕਰਦੇ ਹਾਂ ਕਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਦਸਮ ਦੁਆਰ ਦੇ ਇਸ ਅੰਮ੍ਰਿਤ ਨੂੰ ਅਸੀਂ ਵੀ ਪੀ ਸਕੀਏ। ਬੁੱਲੇ ਸ਼ਾਹ ਦਾ ਇੱਕ ਕਾਫੀਆ ਹੈ, ਕਵਾਲ ਹੀ ਹੈ, ਇਹ ਤੇਰਾ ਚਰਖਾ 9 ਲੱਖਾ। ਤੁਸੀਂ ਕਦੇ ਸੁਣੀ ਕਿ ਨਹੀਂ ਸੁਣੀ? ਤਾਂ ਆਪ ਨੇ ਕਦੇ ਐਨਾਲਾਈਜ਼ ਕੀਤਾ ਕਿ 9 ਲੱਖਾ ਕਿਉਂ ਕਹਿ ਰਿਹਾ ਹੈ? ਇਹ ਤੇਰਾ ਚਰਖਾ 9 ਲੱਖਾ, ਕਦੇ ਤੁਸੀਂ ਅੱਜ ਸਰਚ ਕਰਨਾ, ਬੁੱਲੇ ਸ਼ਾਹ ਦੀ ਕਵਾਲੀ ਹੈ। 9 ਲੱਖਾ ਕਿਹੜਾ ਚਰਖਾ ਹੈ? 9 ਦਾ ਰਿਲੇਸ਼ਨ ਸਰੀਰ ਨਾਲ ਹੈ, 9 ਦਰਵਾਜ਼ੇ ਸਰੀਰ ਦੇ ਨੇ, ਚਰਖਾ ਇਸ ਵਾਸ ਚੱਲਦੇ ਹੈ। ਮੈਂ ਆਪ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਇਹ ਸੀਮਲੈਸ ਸਪਿਰਿਚੁਅਲਿਟੀ ਹੁੰਦੀ ਹੈ। ਜਦੋਂ ਅਸੀਂ ਸਪਿਰਿਚੁਅਲਿਟੀ ਉਤਰ ਜਾਵਾਂਗੇ ਫਿਰ ਇਹ ਮੈਟਰ ਕਰੇਗਾ ਕੌਣ ਜਾਣਦਾ ਕੌਣ ਨਹੀਂ ਜਾਣਦਾ। ਫਿਰ ਬਹਿਸਾਂ ਨਾਲ ਨਹੀਂ ਗੱਲ ਬਣਦੀ, ਗੱਲੀ ਕਿਹਨੇ ਨਾ ਪਾਇਆ, ਗੱਲਾਂ ਵਿੱਚ ਅਸੀਂ ਜਨਮ ਸਾਰਾ ਵਿਅਰਥ ਕਰ ਦਈਏ। ਮੇਰੇ ਭਾਵ ਵਿੱਚ ਇੱਕ ਆਪਣਾ ਨੁਕਸਾਨ ਕਰਨਾ ਹੈ, ਆਪਣਾ ਜ਼ਿਆਦਾ, ਦੂਸਰੇ ਦਾ ਭਾਵੇਂ ਹੈ ਕਿ ਨਹੀਂ ਹੈ। ਤਾਂ ਅਸੀਂ ਜਦੋਂ ਜੀਂਦੇ ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ, ਓਪਨ ਮਾਈਂਡਡ, ਕਿਉਂਕਿ ਜਿਸਨੂੰ ਆਪਣੀ ਹੋਂਦ ਦਾ ਗਿਆਨ ਹੈ ਕਿ ਮੈਂ ਕੀ ਹਾਂ, ਉਸਨੂੰ ਘਰ ਵਿੱਚ ਜਾ ਕੇ ਬਹਿਸ ਕਰਨ ਦੀ ਕੋਈ ਡਰ ਨਹੀਂ ਲੱਗਦੀ, ਕਿਉਂਕਿ ਉਹ ਆਪਣੀ ਹੋਂਦ ਵਿੱਚ ਹੈ। ਸਾਨੂੰ ਵੀ ਕੋਈ ਗੁਰੂ ਮਹਾਰਾਜ ਸਿੱਖਿਆ ਦੇਣ, ਅਸੀਂ ਗੁਰਮਤ ਦੇ ਮਾਰਗ ਨੂੰ ਇਸ ਤਰ੍ਹਾਂ ਕਮਾ ਲਈਏ ਕਿ ਇਹਨੂੰ ਆਪਣਾ ਜਾਣ ਲਈਏ ਗੁਰਮਤ ਮਾਰਗ। ਫਿਰ ਸਾਨੂੰ ਕਿਸੇ ਵੀ ਪੰਥ ਵਿੱਚ ਜਾ ਕੇ ਗੱਲ ਕਰਨੀ ਆਪਣਾਪਨ ਤਾਂ ਲੱਗੇਗਾ ਜੋ ਕੋਈ ਹਾਜ਼ਰ ਹੋਏਗਾ, ਇਹੋ ਜਿਹਾ ਜਾਂ ਨਾਮ ਅਭਿਆਸੀ ਹੋਏਗਾ। ਨਹੀਂ ਹੋਏਗਾ ਤੇ ਗੱਲ ਬਣਦੀ ਨਹੀਂ ਕੋਈ ਵੀ। ਤਾਂ ਹੀ ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਨੂੰ ਸੱਦਿਆ ਹੈ, ਐਵੇਂ ਨਹੀਂ ਸੱਦਿਆ ਹੈ, ਕਿਉਂਕਿ ਅਧਿਆਤਮ ਦਾ ਐਕਸਪੀਰੀਅੰਸ ਹੈ। ਤਾਂ ਹੀ ਅੰਮ੍ਰਿਤਸਰ ਦੀ ਨੀਂਹ ਪੱਥਰ ਉਹਨਾਂ ਤੋਂ ਰਖਵਾ ਰਹੇ ਹਨ। ਇੱਕ ਮੁਸਲਮਾਨ ਪੀਰ ਹੈ, ਮੇਰਾ ਕੀ ਰਿਸ਼ਤਾ ਹੈ ਉਹਨਾਂ ਨਾਲ? ਜਿਹੜੇ ਅਧਿਆਤਮ ਦੇ ਵਿੱਚ ਨੇ ਉਹਨਾਂ ਸਭ ਨਾਲ ਮੇਰਾ ਰਿਸ਼ਤਾ ਹੈ। ਔਰ ਗੁਰੂ ਸਾਹਿਬ ਸਾਨੂੰ ਦੱਸਦੇ ਹੈ ਸਾਰੀ ਦੁਨੀਆ ਨਾਲ ਮੇਰਾ ਰਿਸ਼ਤਾ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਮੈਂ ਆਪਣੇ ਮਨ ਤੋਂ ਹਾਰਿਆ ਹਾਂ, ਇਸ ਕਰਕੇ ਮੈਂ ਦੁਨੀਆ ਨੂੰ ਤੋੜੀ ਜਾਂਦਾ, ਡਿਵਾਈਡ ਕਰੀ ਜਾਂਦਾ, ਦੀਵਾਰਾਂ ਬਣਾਈ ਜਾਂਦਾ। ਜਦ ਮੇਰਾ ਮਨ ਜਿੱਤਣ ਤੇ ਜਾਏਗਾ ਇਹ ਸਭ ਦੀਵਾਰਾਂ ਢਹਿ ਜਾਣਗੀਆਂ। ਇੱਥੇ ਇੱਕ ਓਂਕਾਰ ਦੇ ਦਰਸ਼ਨ ਦਿਖਣਗੇ। ਮੈਂ ਆਸ ਕਰਦਾ ਕਿ ਅੰਮ੍ਰਿਤ ਦੀ ਕੁਝ ਗੱਲ ਆਪ ਨਾਲ ਜੋ ਗੁਰੂ ਸਾਹਿਬ ਨੇ ਪ੍ਰੇਰਿਆ
ਧੰਨਵਾਦ ਮਹਾਰਾਜ ਦਾ ਹੈ ਕਿ ਉਹ ਇਹ ਮੌਕਾ ਬਖਸ਼ਦੇ ਹੈ, ਆਪ ਦਾ ਹੈ ਕਿ ਆਪ ਇਹ ਮੌਕਾ ਦਿੰਦੇ ਹੋ। ਮੈਨੂੰ ਕੋਈ ਗਿਆਨ ਨਹੀਂ ਹੈ, ਨਾ ਮੈਂ ਕੋਈ ਭਾਲਦਾ ਹਾਂ ਇਹਦੇ ਚੋਂ, ਬਟ ਇਹ ਜ਼ਰੂਰ ਹੈ ਕਿ ਮੇਰੇ ਲਈ ਵੀ ਇਹ ਇੱਕ ਅੰਮ੍ਰਿਤ ਵਰਖਾ ਦੀ ਤਰ੍ਹਾਂ ਦੀ ਆਸ ਹੈ ਕਿ ਕਦੇ ਮੈਨੂੰ ਵੀ ਅੰਮ੍ਰਿਤ ਦੀ ਵਰਖਾ ਮਿਲੇਗੀ। ਮੇਰੇ ਜੀਵਨ ਦੀ ਵੀ ਇਹ ਅਰਦਾਸ ਹੈ, ਸੰਗਤ ਵਿੱਚ ਆ ਕੇ ਵਿਚਾਰ ਕਰਨੀ ਇੱਕ ਅਰਦਾਸ ਰੂਪੀ ਜੀਵਨ ਹੈ, ਜਿੱਥੇ ਕਦੇ ਮੈਨੂੰ ਵੀ ਨਾਮ ਮਿਲ ਜਾਏ। ਤਾਂ ਜਿਵੇਂ ਆਪ ਇੱਕ ਆਸ ਵਿੱਚ ਆਉਂਦੇ ਹੋ, ਇਵੇਂ ਮੈਂ ਵੀ ਇਸ ਆਸ ਵਿੱਚ ਆਉਂਦਾ ਹਾਂ ਕਿ ਮੈਂ ਮੂਰਖ ਹਾਂ, ਗੁਰੂ ਮੈਨੂੰ ਗਿਆਨ ਬਖਸ਼ ਦੇ, ਪ੍ਰੇਮ ਦਾ, ਸ਼ਬਦ ਦਾ। ਭੁੱਲਾਂ ਚੁੱਕਾ ਮਾਫ ਕਰਨਾ ਮਹਾਰਾਜ।